जिस करुणा ते वड्यगी पावह गत बिसराम। श्री नानक अंगद गुरु अमरदास पद बंद। रामदास अर्जन गुरु बर श्री हर गोबिंद। हर राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानिक भगत वैराग। श्री गुरु ग्रंथ साहिब उदत बंदों कर अनुराग। एक ओंकार सतगुरु तेह प्रसाद सज होए। वाहिगुरु जी की फतेह विघ्न विनाशन सोए। जाहर जहूर हाजिर हजूर सर्व कला भरपूर। धन श्री गुरु ग्रंथ साहिब जी महाराज सतगुरां दी अपर अपार कृपा रहमत दा सदका। जाहर पीर जगत गुर बाबा धन धन श्री गुरु नानक देव साहिब जी महाराज सतगुरां दे पावन पवित्र अस्थान गुरुद्वारा श्री बेर साहिब जी विखे सतगुरां दे पावन दरबार दियां हाजरियां भर रही गुरु की साजी नवाजी हुई साध संगत जीओ। सतगुरां ने कृपा की है, सत संगत का अमोलक सुभागा समा बख्शिया है। लड़ीवार रूप विच दशमेश पिता अमृत के दाते पंथ के वाली कलगीधर बाजां वाले महान परोपकारी सतगुरु गरीब नवाज साहिब जी का पवित्र इतिहास जो मालवे के इलाके का चल रहा है। सतगुरु श्री गुरु गोबिंद सिंह साहिब जी महाराज बठिंडे के किले में पहुंचे हुए हैं। जिवें महाराज साहिब जी ने उत्थों काणी देव नूं कढ़िया है, झोटे की कल्याण की और इस तरह रात को जो व्यापारियों ने ससी ते पुन्नू का किस्सा गाया, दिने उन्होंने अपने पास बुला करके उन्होंने तो सुनिया। फिर महाराज साहिब जी ने गुरु ते परमेश्वर के प्रेम का जो महान महात्म है वो दसिया कि जिहड़ा भाई गुरु परमेश्वर के नाल प्रेम करना है ये सब तो महान है। प्रेम तो बिना सारे जिन्ने भी कर्म हैं फोकट हैं। जिवें सतगुरु जी ने अपने मुखार बिंद तो फरमाया है, साज कहो सुन देखो सब है, जिन प्रेम कियो तिन ही प्रभ पायो। ऐसा महान पवित्र उपदेश महाराज साहिब जी ने जो बख्शिया। फिर उस किले के बाबत बराड़ा ने दसिया कि महाराजे राजे विनयपाल ने जिवें किला बनाया, मजदूर नहीं से मिल रहे तो इलाके के देश के लोगों को आख्या कि तुहाडे कोलों जिहड़ा फसल का हिस्सा असीं लैने हाँ वो तुहानूं माफ किया जाता है, तो तुसीं किले दे विच मिट्टी पाओ, इसके उसारी के काम में लगो। कोई जिमीदार बहुते लगे
ਫਿਰ ਇਹ ਉੱਚਾ ਜਿਹੜਾ ਸੀ ਅੱਗੇ ਕਿਲ੍ਹਾ ਬਣਾਇਆ ਗਿਆ, ਬਠਿੰਡੇ ਦਾ ਕਿਲ੍ਹਾ। ਤੇ ਮਹਾਰਾਜ ਇਸ ਤਰ੍ਹਾਂ ਵੀ ਸੁਣਿਆ ਕਿ ਇਹਦੇ ਵਿੱਚੋਂ ਦੀ ਸੁਰੰਗ ਨਿਕਲਦੀ ਹੈ, ਜਿਹੜੀ ਫਿਰ ਪਟਨੇਰ ਕਿਲ੍ਹੇ ਤੱਕ ਜਾਂਦੀ ਹੈ। ਇੱਥੋਂ ਤੀਕ ਸਾਧ ਸੰਗਤ ਜੀ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਗਾਥਾ ਸੁਣੀ ਹੈ। ਦਸ਼ਮੇਸ਼ ਪਾਤਸ਼ਾਹ ਮਹਾਰਾਜ ਬਠਿੰਡੇ ਦੇ ਕਿਲ੍ਹੇ ਦੇ ਵਿੱਚ ਜਿਵੇਂ ਕੌਤਕ ਕਰ ਰਹੇ ਹਨ, ਉਪਦੇਸ਼ ਬਖਸ਼ ਰਹੇ ਹਨ। ਇਸ ਤੋਂ ਅੱਗੇ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਬਹਿਰਾੜ ਸਿੱਖ ਕਹਿੰਦੇ ਹਨ ਕਿ ਮਹਾਰਾਜ ਅਸੀਂ ਸੁਣਿਆ ਹੈ ਕਿ ਇਸ ਕਿਲ੍ਹੇ ਦੇ ਵਿੱਚੋਂ ਸੁਰੰਗ ਵੀ ਬਣਾਈ ਹੋਈ ਹੈ। ਤੇ ਜੋ ਹਨੂਮਾਨਗੜ੍ਹ ਕਿਲ੍ਹਾ ਹੈ, ਜਿਹਨੂੰ ਪਟਨੇਰ ਕਿਲ੍ਹਾ ਕਹਿੰਦੇ ਹਨ, ਉਹਦੇ ਤੀਕ ਮਹਾਰਾਜ ਚਿਣੀ ਹੋਈ ਹੈ। ਇਸ ਤੋਂ ਬਾਅਦ ਹੋਰ ਵੀ ਕੁਝ ਪ੍ਰਸੰਗ ਚੱਲੇ। ਬਹਿਰਾੜਾ ਨੇ ਮਹਾਰਾਜ ਸਾਹਿਬ ਜੀ ਨੂੰ ਸੁਣਾਉਣਾ ਕੀਤੇ। ਜਦੋਂ ਅਗਲਾ ਦਿਨ ਹੋਇਆ, ਅਗਲਾ ਸਵੇਰ ਹੋਈ ਹੈ, ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਅਸਵਾਲ ਹੋਏ। ਗੁਰੂ ਸਾਹਿਬ ਦੇ ਘੋੜੇ ਤੇ ਕਾਠੀ ਪਾਈ ਗਈ ਹੈ, ਤੇ ਦਸ਼ਮੇਸ਼ ਪਾਤਸ਼ਾਹ ਆਪਣੇ ਘੋੜੇ ਤੇ ਸਵਾਰ ਹੋ ਗਏ। ਜਦੋਂ ਕੁਝ ਕੁ ਪੈਂਡਾ ਸਤਿਗੁਰੂ ਜੀ ਨੇ ਤੈਅ ਕੀਤਾ ਹੈ, ਰਸਤਾ ਲੰਘੇ ਹਨ। ਅੱਗੇ ਸੰਮੀ ਨਾਮ ਦਾ ਪਿੰਡ ਆਇਆ, ਤੇ ਸੰਮੀ ਨਾਮ ਦੇ ਪਿੰਡ ਦੇ ਵਿੱਚ ਗਰੀਬ ਨਵਾਜ ਸਾਹਿਬ ਜੀ ਨੇ ਡੇਰਾ ਕੀਤਾ ਹੈ। ਉਸ ਸੰਮੀ ਪਿੰਡ ਦੇ ਲੋਕ ਆਏ, ਉਹਨਾਂ ਨੇ ਆ ਕਰਕੇ ਹੱਥ ਜੋੜ ਕੇ ਨਮਸਕਾਰ ਕੀਤੀ। ਜਿਵੇਂ ਉਹਨਾਂ ਦੇ ਪਾਸ ਸਮਰੱਥਾ ਸੀ, ਨਗਰ ਦੇ ਲੋਕਾਂ ਦੇ ਪਾਸ ਆਪੋ ਆਪਣੀ ਜਥਾ ਸ਼ਕਤੀ, ਜਿਸ ਪ੍ਰਕਾਰ ਦੀ ਸਮਰੱਥਾ ਸੀ, ਉਹਦੇ ਅਨੁਸਾਰ ਮਹਾਰਾਜ ਸਾਹਿਬ ਜੀ ਨੂੰ ਭੇਟਾਵਾਂ ਅਰਪਣ ਕੀਤੀਆਂ। ਦਸ਼ਮੇਸ਼ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨਗਰ ਦੇ ਲੋਕਾਂ ਨੇ, ਸੰਮੀ ਪਿੰਡ ਵਾਲਿਆਂ ਨੇ, ਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰਾਂ ਕੀਤੀਆਂ। ਨਗਰ ਦੀਆਂ ਸੰਗਤਾਂ ਕਈ ਦੁੱਧ ਲੈ ਕਰਕੇ ਆ ਗਏ, ਕਈ ਦਹੀਂ ਲੈ ਕੇ ਆ ਗਏ। ਕਿਸੇ ਨੇ ਦੁੱਧ ਲਿਆ ਕੇ ਭੇਟ ਕੀਤਾ, ਕਿਸੇ ਨੇ ਦਹੀਂ ਲਿਆ ਕੇ ਮਹਾਰਾਜ ਸਾਹਿਬ ਜੀ ਦੇ ਅੱਗੇ ਅਰਪਣ ਕੀਤਾ ਹੈ। ਤੇ ਕਈਆਂ ਨੇ ਘੋੜਿਆਂ ਵਾਸਤੇ ਘਾਹ ਪੱਠਾ ਲੈ ਆਂਦਾ, ਕਈਆਂ ਨੇ ਦਾਣਾ ਲੈ ਆਂਦਾ। ਗੁਰੂ ਕੇ ਲੰਗਰ ਵਾਸਤੇ, ਦੇਗ ਵਾਸਤੇ ਰਸਤਾਂ ਪਹੁੰਚਾ ਦਿੱਤੀਆਂ, ਤੇ ਲੰਗਰ ਤਿਆਰ ਹੋਇਆ। ਇਸ ਤਰ੍ਹਾਂ ਫਿਰ ਇੱਥੇ ਰਾਤ ਦਾ ਪੜਾਅ ਵੀ ਹੋ ਗਿਆ। ਰਾਤ ਦਾ ਪ੍ਰਸ਼ਾਦਾ ਪਾਣੀ ਗੁਰੂ ਕੀ ਫੌਜ ਨੇ ਤੇ ਸਤਿਗੁਰਾਂ ਨੇ ਇੱਥੇ ਛਕਿਆ, ਤੇ ਸੁਖ ਦੇ ਸਹਿਤ ਰਾਤ ਬਤੀਤ ਕੀਤੀ ਹੈ। ਜਦੋਂ ਅਗਲੀ ਸਵੇਰ ਹੋਈ ਹੈ, ਤੇ ਫਿਰ ਸੁਖ ਦੇਣ ਵਾਲੇ ਸਤਿਗੁਰੂ ਜੀ ਨੇ ਇੱਥੋਂ ਚੜ੍ਹਾਈ ਕੀਤੀ, ਭਾਵ ਅੱਗੇ ਚਾਲੇ ਪਾ ਦਿੱਤੇ। ਤੇ ਮਹਾਰਾਜ ਸਾਹਿਬ ਫਿਰ ਪਹੁੰਚ ਗਏ ਸਾਬੋ ਕੀ ਤਲਵੰਡੀ, ਜਿੱਥੋਂ ਚੱਲੇ ਸੀ ਨਾ ਮਹਾਰਾਜ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੇ। ਉੱਥੇ ਮਹਾਰਾਜ ਸਾਹਿਬ ਸ੍ਰੀ ਦਮਦਮਾ ਸਾਹਿਬ ਆ ਕਰਕੇ ਪੜਾਅ ਕੀਤਾ ਹੈ। ਜਦੋਂ ਸਤਿਗੁਰੂ ਜੀ ਨੇ ਆ ਕੇ ਇੱਥੇ ਡੇਰਾ ਕੀਤਾ, ਤੇ ਭਾਈ ਡੱਲਾ ਜੀ ਆ ਕਰਕੇ ਉਸ ਮੌਕੇ ਤੇ ਮਿਲੇ। ਭਾਈ ਡੱਲੇ ਨੇ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ। ਸਤਿਗੁਰੂ ਸਾਬੋ ਕੀ ਤਲਵੰਡੀ ਤੋਂ ਚੱਲੇ ਸੀ, ਤੇ ਮਹਾਰਾਜ ਸਾਹਿਬ ਜੀ ਭਾਈ ਕੇ ਚੱਕ ਪਿੰਡ ਗਏ ਸਨ। ਉੱਥੋਂ ਫਿਰ ਭੁੱਚੋ ਦੇ ਨਗਰ ਦੇ ਬਾਹਰ ਥਾਣੀ ਹੁੰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਪਹੁੰਚੇ ਸਨ, ਸਾਧ ਸੰਗਤ ਜੀ, ਬਠਿੰਡੇ ਦੇ ਕਿਲ੍ਹੇ ਵਿੱਚ। ਤੇ ਕਿਲ੍ਹੇ ਤੋਂ ਵਾਪਸ ਆਉਂਦਿਆਂ ਫਿਰ ਸੰਮੀ ਪਿੰਡ ਦੇ ਵਿੱਚ ਪੜਾਅ ਕੀਤਾ ਇੱਕ ਰਾਤ।
फिर गरीब नवाज साहब जी इत्थे साबो की तलवंडी तख्त श्री दमदमा साहब वाले अस्थान ते आ डेरा कीता है ते भाई डल्ला जी ने आके दर्शन कीते। दशमेश पातशाह जी के चरना कमलों के उत्ते वंदना की है, नमस्कार की है। बहुते लोगों के नाल मिल करके भाई डल्ला जी संगत विच बैठ गए। जो भाई दयाल दास गड्ढा भर करके पिछे आ रहा सी रस्त लंगर का, जिहदे विच प्रशादे ते दाल भाजी पका के रखी हुई सी, सारे कड़ा प्रशाद दीआं देगां भी तैयार करके रखियां सी। वो गड्ढे दे उत्ते सारा कुछ रखिया होया, वो पिछे पिछे ही गया सी। तां किन्ने दिन हो गए साध संगत जी लई फिरदे नूं, पर महाराज ने लंगर प्रवान नहीं किया। वो दयाल दास लंगर का गड्ढा भरिया होया है, नाल ही लई फिरदा सी, पर महाराज साहब जी ने इहदा लंगर प्रवान नहीं सी कीता। गरीब नवाज ने आख्या तू अमृत नहीं छकिया ते तेरा लंगर नहीं असीं छकना, तेरा लंगर बनाया होया नहीं प्रवान किया जाएगा। दयाल दास नूं आख्या सी खंडे बाटे का अमृत छक के दयाल सिंह बन जा। इन्हें कहा महाराज वड्डे वडेरे भी इसे तरह ही रहे तो मैनू भी इंज ही अपना सिख बना लो, इसे तरह ही कृपा करो। महाराज ने आख्या नहीं, मर्यादा बना दी, खंडे बाटे का अमृत छकना पएगा, पर इन्हें नहीं सी छकिया। ये पिंड के लागों के भी लंघे से, महाराज साहब के घोड़े ने जल भी नहीं सी छकिया। साध संगत गरीब नवाज ने आख्या इत्थे निगुरा मसंद रहिंदा दयाल दास ते उहदी निगुरे पुणे की बदबू जिहड़ी आ उहदे घर दे विचों बाहर ते बाहरों इस तलाब विच आ गई आ, इस करके साडे घोड़े ने जल नहीं छकिया। ये सारी गाथा आपां पिछे पढ़ सुन चुके हाँ। तां वो गड्ढा लद्दिया होया भाई राम सिंह दे कहण करके भाई राम सिंह जी ने आख्या सी, उहदे चाचा जी लगदे सी, उहने कहा चाचा जी भी ये सारा लंगर पानी गड्ढे ते लद के मगर लै चलो, जदों खुश होणगे उदों फिर महाराज साहब जी कृपा करनगे। तां नाल लई फिरदा दयाल दास गड्ढा लंगर दा, पर गुरु साहब जी ने वो लिया नहीं, प्रवान नहीं किया। इस थां दे उत्ते फिर साबो की तलवंडी तख्त श्री दमदमा साहब वाले स्थान ते भाई राम सिंह ने फिर दशमेश पातशाह जी नूं अर्ज की, बेनती की है, हे परमेश्वर स्वरूप सतगुरु जी आप जी कृपा करके दयाल दास नूं बख्श दिओ अपना जान के। महाराज कड़ा प्रसाद की देग भी खुली तैयार की है ते लंगर भी खुला तैयार किया है, गड्ढे ते लद्या होया है। महाराज आप जी दे नाल लै करके वेखो बठिंडे तक नाल गया, बठिंडे दे किले तक भी महाराज गड्ढा नाल ही लैके गया है लंगर दा। दयाल दास भी दशमेश पातशाह जी के चरनी पिया उस मौके ते हाथ जोड़ करके अगे खलोता है। उस वेले कृपालू सतगुरु जी ने वेख करके दयाल दास दे वल्ले ते महाराज साहब जी ने आख्या भी बैठ जा, फिर आग्ञा की, फिर बचन किया है। महाराज कहते भगतू दी कुल दे विचों ये मसंद होया, भाई भगतू जी दी कुल विचों ये दयाल दास मसंद होया है। गरीब नवाज साहब जी कहन लगे भी बख्शांगे ते हुण तां लंगर तेरा तां प्रवान होवेगा जेड़ा बचन पहला कीता सी इसे स्थान ते ओह बचन तेनू मनना पैना, खंडे बाटे दा अमृत छक। फिर इन्हें आख्या महाराज कृपा करो अमृत दी दात बख्शो। फिर 5 प्यारियां द्वारा सतगुरु जी ने अमृत छकाया ते दयाल दास तो दयाल सिंह बनिया। साध संगत फिर जदों दयाल दास तो दयाल सिंह बन गया ना, फिर दशमेश पातशाह जी ने आख्या हम बख्शियो, हुण भाई असीं तैनूं बख्श दिता है, हुण तू गुरु का अमृत छक के तैयार हो गया है, हुण तेरा लंगर भी प्रवान है ते लंगर वरता दिओ। फिर गुरु साहब जी के अगे लंगर की अरदास हुई। हुण लंगर ते बया हो चुका सी, क्योंकि ये भुज्जो नगर तो जदों ये पिंड थानी महाराज लंघी उदों लंगर तैयार सीगा।
महाराज ने प्रवान नहीं किया। उतों बठिंडे गए किले में, उत्थे भी महाराज रात रहे आ, अगे सम्मी पिंड में भी रात रहे आ, फिर साधो की तलवंडी आए आ। इन्ने समय का लंगर बनया होया, गर्मी की रुत वा, लंगर तो बया होया पिया, खराब होया पिया। अगे जाके इत्थे ही आ जाएगा इतिहास दे विच। तां महाराज साहब जी अगे अरदास हुई, फिर लंगर की अरदास वरताउण वास्ते गुरु साहब ने आग्या की कि वरता दिता जाए लंगर। ते जदों जा करके लांगरी सिंघां ने वो लंगर नूं वेख्या, भोजन नूं जाके वेख्या है, अरदास करन तो बाद तां किरम पै चुके हैं। गर्मी की रुत दे विच छेती लंगर जिहड़ा वा सवेर की दाल भाजी जिहड़ी शाम तक खराब हो जाती। गर्मी की रुत दे विच जदों कहरां की गर्मी आ, जेठ हाड़ की पैंदी, उदों संभाल के रखणियां पैंदियां सब्जियां भाजियां। सियाल दे विच 2-3 दिन पई रवे नहीं खराब हुंदी, हफ्ता नहीं खराब हुंदी सियाल च तां। ठंड के मौके आ बाहरले मुल्कां च जिथे ज्यादा ठंड पैंदी उत्थे सिंह दसदे ही आ, कहिंदे भी एक बारी लंगर पानी तैयार करके रख लईदा वा ते हफ्ता कहंदे वरती जाईदा। गड्डियां चलाउण वाले कई सिंह दसदे जदों ठंड दे विच घट खराब हुंदी ते गर्मी विच तां सवेर दी बणी शाम नूं खराब हो जांदी। ये तां किन्ने दिन लग गए। इस करके जदों वेखिया लंगर ते विच किरम चले होए हन। लांगरी सिंह ने आ करके गुरु साहब जी के पास बेनती की, हे मालिक सतगुरु जी, लंगर हुण छकण दे योग नहीं रहा है। महाराज गर्मी की रुत आ ते बहुते दिन बीत गए आ, इस करके ये तां दाल भाजी दे विच किरम चल चुके हैं। गड्डे दे उत्ते रख करके महाराज मगर मगर फिरदा रहा है दयाल सिंह। ये बेनती सुन करके सिंह दी दशमेश पातशाह ने आख्या भी सानू लिया के विखाओ। सवाया के ले आओ विचों दाल भाजी ते ओ लिया के पहला सानू विखाओ, ते बाद विच फिर सारियां नूं वरतायो, पहलों सानू लिया के विखाओ। फिर कुछ सारियां वस्तुआं जो बनाईयां सी, कुछ प्रशादा, कोई दाल सब्जी, कोई कड़ाह प्रशाद दी देग, वो सवाया थाली विच रख करके सिंह महाराज साहब जी के पास ले आया है। ते सतगुरु जी के हथ उत्ते सवाया कड़ाह प्रशाद की देग लिया के रखी, ते महाराज साहब जी ने वो कड़ाह प्रशाद की देग वो अपने हथ ते लैके ते गोली जी बना ली है वो, ते दृष्टि पाई उत्ते। गुरु साहब जी की दृष्टि में अमृत का साध संगत, ते महाराज साहब अमृत दृष्टि पा करके सब कुछ ठीक कर देंगे, नवा नरवा कर देंगे, सुकिया हरे कर देंगे। महाराज साहब तो सूखे कास्ट हरिया। वो गरीब नवाज साहब जी ने हाथ उत्ते रख करके वो देग दी गोली जी बनाई है। इस तरह करके हाथ की तली उत्ते रख करके ते उन्होंने वटना किया है महाराज साहब जी ने। ते सतगुरु साहब जी ने दृष्टि पा करके ये जड़ी देग भुगत की पूरन भरी, ये जड़ी छकण वाली देग सी ना वो महाराज साहब जी ने कर दी है। गरीब नवाज साहब जी ने महाराज साहब जी ने वो छक लई वट्टी जी वट के दृष्टि पा के उन्होंने सही कर दिता, सब किरम दूर वो कर दिते, ते महाराज साहब जी ने छक लई। ते फिर जिहड़ी बाकी सी देग वो सारी जिहड़ी वो खाण दे योग बना दी, वो पूर्ण कर दी महाराज साहब जी ने, सफली कर दी। ते आप शक करके ते फिर वरताउण वालियां नूं आख्या भी हुण जा करके वेखो। जदों जाके वेख्या ते सारा ही जिहड़ा भोजन सी वो ऐन ताजा होया पिया, नवां होया पिया, उत्थे कोई किरम नहीं। प्रशादे इस तरह पए आ कपड़े दे विच लपेटे होए जिवें हुणे ही लोह तो ला के रखे आ, गरम गरम ते विच धुआं निकलदा पिया। ते देग भी इस तरह, दाल भी इस तरह की बनी पई भी हुणे ही लग विचों भाप निकलदी है। कड़ाह प्रशाद की देग भी है ताजी नवीं नरोई।
ਸਾਰਾ ਆਹਾਰ ਸ਼ੁੱਧ ਹੋ ਗਿਆ। ਦਸ਼ਮੇਸ਼ ਪਾਤਸ਼ਾਹ ਨੇ ਆਪਣੀ ਦ੍ਰਿਸ਼ਟੀ ਪਾ ਕੇ ਤੇ ਆਪ ਜਦੋਂ ਛਕ ਲਈ ਆ ਤੇ ਫਿਰ ਸਾਰੀ ਦੇਗ ਲੰਗਰ ਜਿਹੜਾ ਉਹ ਛਕਣ ਦੇ ਯੋਗ ਬਣਾ ਦਿੱਤਾ ਹੈ। ਉਸ ਵੇਲੇ ਦਿਆਲ ਸਿੰਘ ਤੇ ਹੋਰ ਵੀ ਸਾਰੇ ਸਿੰਘਾਂ ਦੇ ਵਿੱਚ ਵਰਤਾਉਣ ਲੱਗ ਪਏ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਖੁੱਲੀ ਸੀ ਤੇ ਦਿਆਲ ਸਿੰਘ ਫਿਰ ਖੁੱਲਾ ਹੀ ਵਰਤਾਉਣ ਲੱਗ ਪਿਆ। ਖੁੱਲਾ ਕੜਾਹ ਪ੍ਰਸ਼ਾਦ ਦੀ ਦੇ ਖੁੱਲੇ ਗੱਫੇ ਵਰਤਾਏ ਜਾ ਰਹੇ ਹਨ। ਤੇ ਉਸ ਵੇਲੇ ਫਿਰ ਸਿੰਘਾਂ ਦੇ ਵਿੱਚ ਨਾ ਰੌਲਾ ਜਿਹਾ ਪੈ ਗਿਆ ਤੇ ਲੁੱਟ ਜੀ ਮਚਾ ਦਿੱਤੀ ਸਿੰਘਾਂ ਨੇ। ਉਹ ਗੱਡੇ ਤੇ ਰੱਖ ਕੇ ਵਰਤਾ ਰਿਹਾ ਸੀ ਨਾ, ਉੱਥੋਂ ਹੀ ਕੜਾਹ ਪ੍ਰਸ਼ਾਦ ਤੇ ਲੈ ਰਹੇ ਸੀ ਸਾਰੇ ਆ ਕੇ। ਤੇ ਹੁਣ ਫੌਜਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਹਾਰਾਜ ਸਾਹਿਬ ਜੀ ਤੇ ਉਹ ਸਿੰਘਾਂ ਦੇ ਵਿੱਚ ਫਿਰ ਉਹ ਰੌਲਾ ਜਿਹਾ ਪੈ ਗਿਆ ਤੇ ਲੁੱਟ ਮਚਾ ਦਿੱਤੀ ਸਿੰਘਾਂ ਨੇ। ਇਹਦੇ ਧਾਵਾ ਕਰ ਕਰਕੇ ਖਾਲਸਾ ਪੈ ਗਿਆ ਫਿਰ ਦੇਗ ਨੂੰ ਲੁੱਟਣ ਵਾਸਤੇ। ਤੇ ਉਹ ਵਰਤਾਉਂਦਾ ਵਾ ਤੇ ਉਹਦੇ ਤੋਂ ਤਾਂ ਫਿਰ ਸਾਰਿਆਂ ਨੂੰ ਪੂਰੀ ਨਹੀਂ ਆਉਂਦੀ। ਹੁਣ ਇੱਕੋ ਵਰਤਾਉਣ ਵਾਲਾ ਤੇ ਜਿਆਦੇ ਫਿਰ ਫੌਜਾਂ ਆ ਗਈਆਂ ਤੇ ਸਿੰਘਾਂ ਨੇ ਫਿਰ ਹਮਲਾ ਕਰ ਦਿੱਤਾ। ਕੜਾਹ ਪ੍ਰਸ਼ਾਦ ਦੀ ਦੇਗ ਲੁੱਟ ਮਚ ਗਈ। ਫਿਰ ਬਹੁਤੀਆਂ ਫੌਜਾਂ ਆਪੇ ਆਪ ਹੀ ਲੈ ਕੇ ਚਲੇ ਗਈਆਂ ਸਾਰੇ। ਤੇ ਸਤਿਗੁਰੂ ਜੀ ਵੇਖ ਵੇਖ ਕੇ ਖੁਸ਼ ਹੋ ਰਹੇ ਹਨ। ਕੁਝ ਸਮੇਂ ਤੋਂ ਬਾਅਦ ਕੁਝ ਸਿੱਖ ਆਏ ਹਨ ਮਹਾਰਾਜ ਦੇ ਪਾਸ। ਇਹ 15 ਕੁ ਸਿੰਘ ਆ ਜਿਨ੍ਹਾਂ ਨੇ ਨਹੀਂ ਲੁੱਟ ਮਚਾਈ। ਬਾਕੀ ਸਾਰਿਆਂ ਨੇ ਇੱਕ ਦੂਜੇ ਤੋਂ ਅੱਗੇ ਅੱਗੇ ਹੋ ਕੇ ਤੇ ਉਹ ਦੇਗ ਲੰਗਰ ਜਿਹੜਾ ਉਹ ਵਰਤਾਵਾ ਲੈ ਲਿਆ ਉਹਦਾ। ਤੇ 15 ਕੁ ਸਿੰਘ ਆ ਜਿਹੜੇ ਉਹ ਪਿੱਛੇ ਹੀ ਬੈਠੇ ਰਹੇ, ਉਹਨਾਂ ਨੇ ਨਹੀਂ ਅੱਗੇ ਜਾਣਾ ਕੀਤਾ। ਉਹ ਫਿਰ ਦਸ਼ਮੇਸ਼ ਪਾਤਸ਼ਾਹ ਜੀ ਦੇ ਪਾਸ ਆ ਗਏ। ਉਹਨਾਂ 15 ਨੇ ਕੁਛ ਨਹੀਂ ਸੀ ਛਕਿਆ ਤੇ ਉਹਨਾਂ ਨੂੰ ਵੇਖ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ ਵੀ ਤੁਸੀਂ ਵੀ ਜਾਓ ਇਸ ਮੌਕੇ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਕਿ ਦਿਆਲ ਸਿੰਘ ਦਾ ਪੱਲਾ ਫੜੋ ਨਾ, ਅੱਜ ਦਾ ਲੰਗਰ ਦਿਆਲ ਸਿੰਘ ਦੀ ਆ ਸੇਵਾ। ਇਹ ਕਰਕੇ ਦਿਆਲ ਸਿੰਘ ਦੇ ਜਾ ਕਰਕੇ ਪੱਲੇ ਨੂੰ ਫੜੋ, ਉਹਦੇ ਚੋਲੇ ਨੂੰ ਫੜੋ ਜਾ ਕੇ। ਉਹਨੂੰ ਕਹੋ ਵੀ ਅਸੀਂ ਨਹੀਂ ਛਕਿਆ, ਹਲੇ 15 ਸਿੰਘਾਂ ਨੇ ਤੇ ਸਾਨੂੰ ਵੀ ਛਕਾ ਭਾਈ। ਹੁਣ ਮਹਾਰਾਜ ਦਾ ਹੁਕਮ ਮੰਨਣਾ ਹੈ। ਗੁਰੂ ਸਾਹਿਬ ਜੀ ਨੇ ਆਖਿਆ ਕਿ ਦਿਆਲ ਸਿੰਘ ਤੋਂ ਜਾ ਕੇ ਮੰਗੋ ਭਾਈ। ਤਾਂ 15 ਸਿੰਘ ਗਏ ਤੇ ਜਾ ਕੇ ਫਿਰ ਦਿਆਲ ਸਿੰਘ ਨੂੰ ਬੇਨਤੀ ਕੀਤੀ ਵੀ ਸਾਡਾ ਹਿੱਸਾ ਵੀ ਦਿਓ, ਅਸੀਂ ਤਾਂ ਛਕਿਆ ਨਹੀਂ। ਅੱਜ ਤੁਸੀਂ ਇਹ ਭੰਡਾਰਾ ਕੀਤਾ, ਲੰਗਰ ਕੀਤਾ ਵਾ ਗੁਰੂ ਕਾ ਲੰਗਰ, ਤੇ ਅਸੀਂ 15 ਸਿੰਘਾਂ ਨੇ ਨਹੀਂ ਛਕਿਆ, ਨਾ ਦੇਗ ਛਕੀ ਨਾ ਲੰਗਰ ਛਕਿਆ। ਇਸ ਕਰਕੇ ਸਾਡਾ ਹਿੱਸਾ ਜਿਹੜਾ ਬਣਦਾ ਉਹ ਸਾਨੂੰ ਦਿਓ। ਉਸ ਵੇਲੇ ਭਾਈ ਗੌਰੇ ਦੇ ਪੁੱਤਰ ਨੇ, ਭਾਈ ਭਗਤੂ ਜੀ ਦੇ ਪੋਤਰੇ ਨੇ, ਦਿਆਲ ਦਾਸ ਨੇ। ਇਹ ਭਾਈ ਭਗਤੂ ਜੀ ਦਾ ਪੋਤਰਾ ਤੇ ਭਾਈ ਗੌਰੇ ਦਾ ਪੁੱਤਰ। ਤਾਂ ਇਹ ਭਾਈ ਦਿਆਲ ਦਾਸ ਨੇ ਫਿਰ ਆਪਣੀ ਛਾਪ ਲਾਈ ਹੈ, ਸੋਨੇ ਦੀ ਛਾਪ ਪਾਈ ਹੋਈ ਸੀ, ਉਹ ਛਾਪ ਲਾ ਲਈ ਹੈ। ਸਿੰਘਾਂ ਦੇ ਭੇਟ ਕਰ ਦਿੱਤੀ। ਸਿੰਘਾਂ ਦੀ ਸੇਵਾ ਕਰਨੀ ਨਾ ਅੱਜ ਖਾਲਸੇ ਦੀ ਸੇਵਾ, ਉਹ ਆਪਣੀ ਛਾਪ ਲਾ ਕਰਕੇ ਉਹਨਾਂ ਸਿੰਘਾਂ ਨੂੰ ਦੇ ਦਿੱਤੀ ਵੀ ਇਹ ਮਹਾਰਾਜ ਦੇ 15 ਸਿੰਘ ਰਹਿੰਦੇ, ਇਹਨਾਂ ਨੇ ਕੋਈ ਛਕਿਆ ਨੂੰ। ਉਹਨਾਂ ਨੂੰ ਬੇਨਤੀ ਕੀਤੀ ਵੀ ਆ ਤੁਸੀਂ ਆਪੇ ਹੀ ਹੁਣ ਮੁੱਲ ਖਰੀਦ ਕੇ ਛਕ ਲਓ। ਪਾਪੀ ਮੁੱਲ ਖਰੀਦ ਕੇ ਰਸਤ ਬਸ ਲੈ ਆਓ ਤੇ ਹੁਣ ਬਣਾ ਕੇ ਛਕ ਲਓ ਤੁਸੀਂ। ਜਿੰਨਾ ਲੰਗਰ ਪਾਣੀ ਉਹ ਤਾਂ ਵਰਤ ਗਿਆ। ਤੇ ਇਸ ਤਰੀਕੇ ਨਾਲ ਉਹ ਛਾਪ ਭੇਟ ਕਰ ਦਿੱਤੀ। ਤੇ ਗੁਰੂ ਕੇ ਲੰਗਰ ਦੇ ਵਿੱਚ ਜੋ ਅੱਜ ਮੇਰੇ ਵੱਲੋਂ ਸੇਵਾ ਹੋ ਰਹੀ ਹੈ, ਇਹਦੇ ਵਿੱਚ ਕੋਈ ਭੰਗ ਨਾ ਪਾਓ ਤੁਸੀਂ। ਇਹ ਨਾ ਕਿਉਂ ਕਿ ਸਾਨੂੰ ਮਿਲਿਆ ਨਹੀਂ, ਆ ਛਾਪ ਲੈ ਲਓ ਤੇ ਤੁਸੀਂ ਲਿਆ ਕਰਕੇ ਛਕ ਲਵੋ। ਇਸ ਤਰ੍ਹਾਂ ਭਾਈ ਦਿਆਲ ਸਿੰਘ ਨੇ ਸੇਵਾ ਕੀਤੀ ਆ। ਤੇ ਫਿਰ ਇੱਕ ਘੋੜਾ ਤੇ ਇੱਕ ਦੁਸ਼ਾਲਾ ਦਸ਼ਮੇਸ਼ ਪਾਤਸ਼ਾਹ ਜੀ ਨੂੰ ਭੇਟ ਕੀਤਾ ਦਿਆਲ ਸਿੰਘ ਨੇ। ਜਿਹੜਾ ਦਿਆਲ ਦਾਸ ਤੋਂ ਦਿਆਲ ਸਿੰਘ ਬਣ ਚੁੱਕਾ ਹੈ, ਅੰਮ੍ਰਿਤ ਛਕ ਕੇ ਇੱਕ ਵਧੀਆ ਘੋੜਾ ਤੇ ਇੱਕ ਕੀਮਤੀ ਦੁਸ਼ਾਲਾ ਦਸ਼ਮੇਸ਼ ਪਾਤਸ਼ਾਹ ਦੇ ਚਰਨੀ ਭੇਟ ਕੀਤਾ ਹੈ। ਇਸ ਤਰ੍ਹਾਂ ਬਖਸ਼ਿਆ ਸਾਧ ਸੰਗਤ ਜੀ ਦਿਆਲ ਸਿੰਘ ਨੂੰ ਕਲਗੀਧਰ ਪਾਤਸ਼ਾਹ ਜੀ ਬਖਸ਼ਿਸ਼ ਕਰਕੇ, ਗੁਨਾਹ ਬਖਸ਼ ਕੇ ਤੇ ਆਪਣੀ ਸੰਗਤ ਵਿੱਚ, ਸੰਗਤ ਖਾਲਸੇ ਦੇ ਵਿੱਚ ਮਿਲਾ ਲੈਣਾ ਕੀਤਾ ਹੈ।
ਹੁਣ ਇੱਥੇ ਸਾਬੋ ਕੀ ਤਲਵੰਡੀ ਮਹਾਰਾਜ ਦੇ ਨਾਲ ਰਿਹਾ ਦਿਆਲ ਸਿੰਘ ਤੇ ਗੁਰੂ ਕੀ ਸੇਵਾ ਕਰਦਾ ਹੈ। ਹੋਰ ਵੀ ਸੰਗਤਾਂ ਆਈਆਂ, ਮਾਈ ਭਾਈ ਦਸ਼ਮੇਸ਼ ਪਾਤਸ਼ਾਹ ਦੇ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਗਏ ਹਨ। ਸਾਰੀ ਗੁਰੂ ਕੀ ਫੌਜ ਨੇ ਪ੍ਰਸ਼ਾਦਾ ਪਾਣੀ ਛਕਣਾ ਕੀਤਾ ਹੈ। ਇਸ ਤਰ੍ਹਾਂ ਇੱਥੇ ਮਹਾਰਾਜ ਸਾਹਿਬ ਜੀ ਨੇ ਪੜਾ ਰੱਖ ਕੇ ਸਾਧੂ ਕੀ ਤਲਵੰਡੀ ਤੇ ਕੁਝ ਦਿਨ ਬਤੀਤ ਕੀਤੇ। ਸਿੱਖ ਸੰਗਤਾਂ ਆਉਂਦੀਆਂ ਦਰਸ਼ਨ ਕਰਨ ਵਾਸਤੇ ਤੇ ਕਲਗੀਧਰ ਪਾਤਸ਼ਾਹ ਸਭ ਦੀਆਂ ਕਾਮਨਾ ਪੂਰੀਆਂ ਕਰਦੇ, ਸਭ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੇ। ਸੰਸਾਰ ਦੇ ਪਦਾਰਥ ਵੀ ਮਹਾਰਾਜ ਦਿੰਦੇ ਆ, ਲੋਕ ਦੇ ਵੀ ਤੇ ਪਰਲੋਕ ਦੇ ਪਦਾਰਥ ਵੀ ਬਖਸ਼ਦੇ। ਲੋਕ ਵੀ ਸੁਖੀ ਕਰਦੇ ਆ, ਪਰਲੋਕ ਵੀ ਸੁਹੇਲਾ ਕਰਦੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਹਲਤ ਪਲਤ ਦੋਨਾਂ ਦਾ ਸੁਖ ਦਿੰਦੇ ਮਹਾਰਾਜ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟਹਿ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮੇਲ ਮੋਆ ਜੀਜੈ। ਐਸੀ ਬਖਸ਼ਿਸ਼ ਕਰਦੇ ਮਹਾਰਾਜ ਸਾਹਿਬ ਜੀ। ਇੱਕ ਦਿਨ ਡੱਲੇ ਕੋ ਦੀ ਸੰਗ, ਇੱਕ ਦਿਨ ਦੀ ਗਾਥਾ ਹੈ, ਭਾਈ ਡੱਲੇ ਜੀ ਨੂੰ ਮਹਾਰਾਜ ਨੇ ਨਾਲ ਲਿਆ। ਸ਼ਿਕਾਰ ਕਰਨ ਵਾਸਤੇ ਮਹਾਰਾਜ ਸਾਹਿਬ ਘੋੜੇ ਤੇ ਸਵਾਰ ਹੋਏ। ਦੂਰ ਮਹਾਰਾਜ ਸਾਹਿਬ ਜੀ ਉਜਾੜ ਵਿੱਚ ਚਲੇ ਗਏ ਸ਼ਿਕਾਰ ਕਰਨ ਵਾਸਤੇ, ਤੇ ਦੂਰ ਜਾ ਕਰਕੇ ਇੱਕ ਹਿਰਨ ਵੇਖਿਆ ਹੈ। ਆਪਣੇ ਕਮਾਨ ਦੇ ਵਿੱਚੋਂ ਤਿੱਖਾ ਤੀਰ ਸਤਿਗੁਰੂ ਜੀ ਨੇ ਚਲਾਇਆ ਉਸ ਹਿਰਨ ਦੇ ਉੱਤੇ, ਉਹਦੇ ਜਾ ਕੇ ਲੱਗਾ ਹੈ ਤੇ ਉਸ ਨੂੰ ਸੰਘਾਰ ਦਿੱਤਾ, ਮਾਰ ਦਿੱਤਾ ਹੈ। ਜਦੋਂ ਮਾਰ ਦਿੱਤਾ ਨਾ ਆਪਣੇ ਤੀਰ ਦੇ ਨਾਲ ਹਿਰਨ ਨੂੰ, ਹਿਰਨ ਦਾ ਸ਼ਿਕਾਰ ਕਰ ਲਿਆ ਦਸ਼ਮੇਸ਼ ਪਾਤਸ਼ਾਹ ਜੀ ਨੇ। ਉਹ ਤੀਰ ਮਾਰ ਕੇ ਉਹ ਤੜਫਦਾ ਹੋਇਆ ਜਦੋਂ ਮਰ ਰਿਹਾ ਨਾ, ਤੇ ਦਸ਼ਮੇਸ਼ ਪਾਤਸ਼ਾਹ ਹੱਸ ਰਹੇ ਆ, ਖਿੜਖੜਾ ਕੇ ਹੱਸੇ ਆ ਮਹਾਰਾਜ ਸਾਹਿਬ ਜੀ ਹਿਰਨ ਨੂੰ ਮਾਰ ਕੇ। ਤੇ ਮਹਾਰਾਜ ਸਾਹਿਬ ਜੀ ਦੇ ਸੋਹਣੇ ਬੁੱਲਾਂ ਦੇ ਵਿੱਚ ਚਿੱਟੇ ਚਿੱਟੇ ਦੰਦ ਜਿਹੜੇ ਆ ਉਹ ਫਿਰ ਚਮਕਦੇ ਆ ਜਦੋਂ ਹੱਸੇ ਗੁਰੂ ਗੋਬਿੰਦ ਸਿੰਘ ਜੀ। ਦਸ਼ਮੇਸ਼ ਪਾਤਸ਼ਾਹ ਜੀ ਦੇ ਦੰਦ ਫਿਰ ਸੋਭਨੀਕ ਉਸ ਵੇਲੇ ਚਮਕਾਂ ਮਾਰਦੇ ਹਨ। ਭਾਈ ਡੱਲੇ ਜੀ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਮਹਾਰਾਜ ਇਹ ਹਿਰਨ ਨੂੰ ਮਾਰ ਕੇ ਆਪ ਜੀ ਇੰਨੇ ਖਿੜਖੜਾ ਕੇ ਕਿਉਂ ਹੱਸੇ? ਬਹੁਤ ਖੁਸ਼ ਹੋਏ ਹੋ ਮਹਾਰਾਜ ਹਿਰਨ ਦਾ ਸ਼ਿਕਾਰ ਕਰਕੇ। ਮਹਾਰਾਜ ਕਹਿਣ ਲੱਗੇ, ਭਾਈ ਡੱਲਿਆ ਇਹ ਜਿਸ ਹਿਰਨ ਦਾ ਹੀ ਸ਼ਿਕਾਰ ਕੀਤਾ ਨਾ, ਇਹ ਸਾਡਾ ਹੀ ਸਿੱਖ ਵਾ, ਇਹ ਸਾਡੇ ਘਰ ਦਾ ਖਜ਼ਾਨਚੀ ਸੀ, ਖਜ਼ਾਨਚੀ। ਇਹ ਸਾਡਾ ਖਜ਼ਾਨਾ ਸੰਭਾਲਦਾ ਹੁੰਦਾ ਹੈ, ਤੇ ਹੁਣ ਹਿਰਨ ਦੀ ਜੂਨ ਵਿੱਚ ਪਿਆ ਵਾ। ਇਹ ਸਾਡੇ ਘਰ ਦਾ ਖਜ਼ਾਨਚੀ ਸੀ, ਤਾਂ ਹੁਣ ਇਹ ਹਿਰਨ ਦੀ ਜੂਨ ਦੇ ਵਿੱਚ ਪਿਆ, ਇਸ ਕਰਕੇ ਇਹਦੇ ਵੱਲੇ ਵੇਖ ਕੇ ਹੱਸੇ ਹਾਂ। ਤੇ ਜਦੋਂ ਸਾਡੇ ਘਰ ਦੇ ਵਿੱਚ ਖਜ਼ਾਨਾ ਸੰਭਾਲਦਾ ਹੁੰਦਾ ਸੀ ਨਾ, ਇਹਦੀ ਖਜ਼ਾਨਾ ਸੰਭਾਲਣ ਦੀ ਡਿਊਟੀ ਲਾਈ ਸੀ ਕਿ ਰੁਪਈਏ ਤੋਂ ਗਿਣਤੀ ਮਿਣਤੀ ਕਰਕੇ ਸਾਂਭ ਕੇ ਰੱਖਣੇ ਆ। ਇਹ ਨਾਲੇ ਸਾਂਭਦਾ ਹੁੰਦਾ ਤੇ ਨਾਲੇ ਵਿੱਚੋਂ ਚੋਰੀ ਕਰੀ ਜਾਂਦਾ, ਤੇ ਨਾਲੋਂ ਨਾਲ ਦੂਜੀ ਤਰ੍ਹਾਂ ਵੀ ਸਾਂਭੀ ਜਾਂਦਾ। ਇਹਦੀ ਸੇਵਾ ਤੇ ਲਾਈ ਸੀ ਖਜ਼ਾਨਾ ਸੰਭਾਲਣ ਵਾਸਤੇ, ਤੇ ਇਹ ਸੰਭਾਲਦਾ ਨਾਲੇ ਆਪਣੀਆਂ ਜੇਬਾਂ 'ਚ ਪਾਈ ਜਾਂਦਾ। ਤੇ ਮਹਾਰਾਜ ਕਹਿੰਦੇ ਤਾਂ ਹੱਸੇ ਦੇ ਵਾਸਤੇ ਸਾਡਾ ਆਪਦਾ ਹੀ ਖਜ਼ਾਨਚੀ ਆ, ਗੁਰੂ ਘਰ ਦਾ ਖਜ਼ਾਨਚੀ। ਤਾਂ ਇਸ ਕਰਕੇ ਇਹ ਸਾਡੇ ਘਰ ਦਾ, ਇਹ ਸੰਗਤ ਵੱਲੋਂ ਦਿੱਤੀ ਹੋਈ ਮਾਇਆ ਇਹ ਚੋਰੀ ਕਰਦਾ ਰਿਹਾ ਹੈ। ਮਹਾਰਾਜ ਕਹਿੰਦੇ ਇਹਨੇ ਗੁਰੂ ਘਰ ਦਾ ਧਨ ਖਰਾਬ ਬੜਾ ਕੀਤਾ, ਨਾਲੇ ਤੇ ਬਹੁਤਾ ਖਰਾਬ ਕੀਤਾ, ਤੇ ਨਾਲੇ ਨੇ ਆਪ ਵੀ ਚੋਰੀ ਕਰ ਕਰਕੇ ਖਾਧਾ। ਉਸ ਪਾਪ ਦੇ ਕਾਰਨ ਇਹਨੂੰ ਹਿਰਨ ਬਣਨਾ ਪਿਆ, ਇਹਨੂੰ ਇਹ ਮਿਰਗ ਦੀ ਜੂਨੀ ਪ੍ਰਾਪਤ ਹੋਈ। ਇਹ ਸਾਡੇ ਘਰ ਦਾ ਖਜ਼ਾਨਚੀ ਆ,
गुरु घर दा खजानची आ, ये चोरी करदा रहा साडे रुपये संगत वालों जेडे भेंट होए आ। ते जे संगत ने जेडी माया भेंट की, संगत ने तो भेंटा करके अपना फल प्राप्त कर लिया। हुण अगे जिन्हें सामभना वा वो किहड़े तरीके नाल सामभदा, आप खांदा कि सही तरीके नाल लाउंदा, ओहदा फल ओहने देना। संगत ने तो 10 रुपये नमस्कार करके ते 10 अरदासां कीतियां ते महाराज साहब संगत वालों ते आ गया गुरु घर दे विच। ते अगे जिन्हें सामभना हुण वो किहड़े तरीके नाल सामभदा, कित्थे सेवा च लाउंदा वा, ओहदा लेखा जोखा ओहने देना सामभण वाले। महाराज साहब कहंदे भी ये खराब भी बड़ा करदा रहा साडा खजाना, ते चोरी चुक चुक के खांदा भी रहा, उस पाप करके इहनूं हिरन दी जून मिली। ये महाराज का बचन सुन करके डल्ले बैराड़ ने विचारिया है। गरीब नवाज साहब सच्चे पातशाह कहन लगे भी इस तरीके दे नाल ले पर अंश जिहड़ा पराई अंश किसी दी किसी प्रकार भी लैंदा है, पराया हक खांदा है। ये भाई डल्ले ओहदा मास कट्टिया जांदा, जेड़ा दूसरे दे रुपये चोरी करके खांदा जां धोखा करदा, छल करदा वा, वड्डी लैंदा वा, दूजे दा हक मारदा, दूजे दे हक मारन वाले दा अपना मास कट्टिया जांदा। जिवें इन्हें गुरु घर दी चोरी कीती ना खजाने दी, गुरु के रुपइयां दी, इस करके ये हुण हिरंदी जून च पिया, तां इहदे तीर चलाया। तो इस तरीके दे नाल महाराज कहंदे जेड़ा किसी दी भी अंश खांदा ना पराई अंश, ते ओहदा फिर मास कट्टिया जांदा है। वो फिर ओनू पुट्ठा कीता जांदा, होया जांदा, ओनू रिन्निया जांदा, ते खांदे हन मास खाण वाले। जेड़े भी लोग पराई अंश चोरी करते हैं, थोड़ी जिन्नी भी पराया धन पराई अंश चोरी करते हैं, ते जां अपने जोर दे नाल अपने बल दे नाल खोह लैंदे आ, ते फिर खुश हुंदे भी असीं दूजे दा हक खोह लिया। कई तगड़े लोग खोह ही लैंदे ना, गरीब मार कर ही लैंदे। गरीब दी कित्थे सुनवाई हुंदी है, ना सरकारे दरबारे किते भी नहीं हुंदी। ते वड्डे लोग जिहड़ी ओहदी थोड़ी बहुती हुंदी है, घर दा थां भी मल लैंदे, जमीन भी मल लैंदे, धक्का करदे। ते महाराज कहते कि जेड़ा इस तरह गरीब दा हक खोह खिंच के ते फिर खुश हुंदा भी मैं एहदा हक जेड़ा खोह लिया, ते उन्नू फिर ये सज़ा भुगतनी पैंदी है, ओहदा मास वड्ढिया जांदा। आ बकरे छतरे जेड़े है ना, इन्हां ने लोकां दा हक खाधा। आपां कहने ना भी आ बकरे वेखो वड्ढे जा रहे, पुट्ठे टंगे जा रहे, कोहे जा रहे, ये भी कीतियां ही भुगतण डए आ। इन्हां ने कीता किन्नियां जमीनां किसे दियां मारियां, ते किसे दे किन्ने प्लाट दब्बे, ते किन्नियां किसे दा घर वाला थां दब्बिया, ते की चोरी किसे दी कीती, ओहदा फल जिहड़ा भुगतण दए आ, फिर भोरा भोरा करके किलोआना वेचदे इन्हां नूं वड्ढ वड्ढ के। तो सतगुरु कहंदे इन्हां दा मास वड्ढिया जांदा जेहड़े दूसरे दा हक खांदे हन। ਇਹ ਮਿਰਗ ਵੀ ਇਹਨਾਂ ਨੂੰ ਬਣਨਾ ਪੈਂਦਾ, ਹਿਰਨ ਵੀ, ਤੇ ਬੱਕਰੇ ਬਣਨਾ ਪੈਂਦਾ, ਆਦਿਕ ਹੋਰ ਜਿੰਨੇ ਆ ਨਾ ਇਹ ਜਿਨ੍ਹਾਂ ਦਾ ਮਾਸ ਵੱਢਿਆ ਵੇਚਿਆ ਜਾਂਦਾ, ਇਹ ਫਿਰ ਇਹਨਾਂ ਨੂੰ ਬਣਨਾ ਪੈਂਦਾ ਹੈ। ਤੇ ਉਹ ਲੈਣਹਾਰ ਜਿਹੜੇ ਆ ਉਹ ਫਿਰ ਇਹਨਾਂ ਨੂੰ ਖਾਂਦੇ ਹਨ। ਤੇ ਜਿਹੜਾ ਨੌਕਰ ਆਪਣੇ ਸਵਾਮੀ ਦੀ ਚੋਰੀ ਕਰਦਾ, ਜਿਹੜਾ ਨੌਕਰ ਹੋ ਕਰਕੇ ਆਪਣੇ ਸਵਾਮੀ ਦੀ ਅੰਸ਼ ਚੁਰਾਉਂਦਾ ਹੈ, ਉਹ ਵੀ ਉਸ ਨੌਕਰ ਨੂੰ ਵੀ ਇਸੇ ਤਰ੍ਹਾਂ ਹੀ ਇਸੇ ਦਸ਼ਾ ਦੇ ਅਨੁਸਾਰ ਹੀ ਦੁੱਖ ਪਾਉਣਾ ਪੈਂਦਾ ਹੈ। ਮਾਰੇ ਕਹਿੰਦੇ ਜਿਹੜਾ ਉਹ ਹਿਰਨ ਬਲਿਆ ਨਾ, ਜਿਹਨੂੰ ਤੀਰ ਨਾ ਮਾਰਿਆ ਸੀ, ਜਦੋਂ ਇਹ ਸਾਡਾ ਖਜ਼ਾਨਚੀ ਸੀ, ਅਸੀਂ ਇਹਨੂੰ ਰੋਕ ਰਹੇ ਸਾਂ ਵੀ ਇਹ ਗੁਰੂ ਘਰ ਦੀ ਮਾਇਆ ਵਾ, ਤੇ ਸਹੀ ਤਰੀਕੇ ਨਾਲ ਇਹਨੂੰ ਸੰਭਾਲ ਕੇ ਰੱਖਿਆ ਕਰ, ਚੋਰੀ ਨਾ ਕਰਿਆ ਕਰ, ਤੇ ਐਵੇਂ ਖਰਾਬ ਨਾ ਕਰਿਆ ਕਰ। ਇਹ ਗੁਰੂ ਘਰ ਦੀ ਮਾਇਆ ਸਾਂਭ ਸੰਭਾਲ ਕੇ ਗੁਰੂ ਕੀ ਸੇਵਾ ਵਿੱਚ ਲਾਉਣ ਵਾਸਤੇ ਆ, ਇਸ ਕਰਕੇ ਇਹਨੂੰ ਸਾਂਭ ਸੰਭਾਲ ਕੇ ਰੱਖਿਆ ਕਰ, ਤੇ ਗੁਰੂ ਦਾ ਭੈ ਧਾਰਨ ਕਰਿਆ ਕਰ, ਚਰ ਧਾਰਨ ਕਰ। ਮਹਾਰਾਜ ਕਹਿੰਦੇ ਇਹਨੂੰ ਬੜਾ ਰੋਕਿਆ ਸੀ, ਇਹ ਮੰਨਿਆ ਨਹੀਂ।
ਇਹਨੇ ਵਚਨ ਨਹੀਂ ਮੰਨਿਆ। ਜਾਮ ਸੇ ਹੱਸੇ ਕੋਈ ਤਨ ਦਸੋ ਜਾਣਿਓ। ਇਸ ਕਰਕੇ ਹੱਸੇ ਆ ਇਹਦੀ ਸਾਰੀ ਹਾਲਤ ਜਾਣ ਕੇ ਵੀ ਉਦੋਂ ਸਾਡੀ ਗੱਲ ਨਹੀਂ ਸੀ ਮੰਨਦਾ, ਹੁਣ ਹਿਰਨ ਬਣਿਆ ਫਿਰਦਾ। ਤੋ ਇਸ ਕਰਕੇ ਜਿਹੜਾ ਗੁਰੂ का ਵਚਨ ਨਹੀਂ ਮੰਨਦਾ, ਭਗਤਾਂ ਦਾ ਵਚਨ ਨਹੀਂ ਮੰਨਦਾ, ਗੁਰਮੁਖਾਂ ਮਹਾਂਪੁਰਖਾਂ ਦਾ ਵਚਨ ਨਹੀਂ ਮੰਨਦਾ, ਔਗਣ ਨਹੀਂ ਛੱਡਦਾ, ਉਹਨੂੰ ਫਿਰ ਪਛਤਾਉਣਾ ਪੈਂਦਾ। ਜਨ ਭਗਤਨ ਕੋ ਕਹੋ ਨਾ ਮਾਨਿਓ ਕਿ ਉਹ ਆਪਣੋ ਪਈ ਹੈ। ਭਗਤਾਂ ਦਾ ਜਦੋਂ ਕਹਿਆ ਨਹੀਂ ਨਾ ਮੰਨਿਆ ਤੇ ਗੁਰੂ ਸਾਹਿਬ ਦਾ ਕਹਿਆ ਨਹੀਂ ਮੰਨਿਆ, ਫਿਰ ਆਪਣਾ ਕੀਤਾ ਹੋਇਆ ਪਾਉਣਾ ਪੈਂਦਾ। ਐਸੀ ਹਾਲਤ ਹੁੰਦੀ ਹੈ। ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਵਿੱਤਰ ਇਤਿਹਾਸ ਵਿੱਚ ਵੀ ਐਸਾ ਜ਼ਿਕਰ ਆਇਆ। ਬਾਬਾ ਲਹਿਣਾ ਜੀ ਨੂੰ ਸੁੰਨ ਸਮਾਧੀਆਂ ਦੇ ਦਰਸ਼ਨ ਕਰਵਾਏ ਸੀ ਮਹਾਰਾਜ ਸਾਹਿਬ ਜੀ। ਉਸ ਵੇਲੇ ਕੁਝ ਐਸੇ ਇਹੋ ਜਿਹਾ ਲੋਕ ਵਿਖਾਇਆ ਸੀ ਮਹਾਰਾਜ ਸਾਹਿਬ ਜੀ ਨੇ, ਇਹੋ ਜਿਹਾ ਥਾਂ ਕਿ ਉੱਥੇ ਕੁਝ ਲੜਕੀਆਂ ਬੈਠੀਆਂ ਹੋਈਆਂ ਤੇ ਆਪਣੇ ਮਾਪਿਆਂ ਦਾ ਮਾਸ ਵੱਢ ਵੱਢ ਕੇ ਖਾ ਰਹੀਆਂ ਸੀ। ਇਹ ਜਨਮ ਸਾਖੀ ਵਿੱਚ ਆਇਆ ਜ਼ਿਕਰ। ਤੇ ਇਸੇ ਤਰ੍ਹਾਂ ਕੁਝ ਲੋਕ ਅੱਗੇ ਵੇਖੇ, ਉਹਨਾਂ ਦੇ ਮੂੰਹ ਕਾਲੇ, ਕੁਝ ਲੋਕ ਹੋਰ ਵੇਖੇ, ਉਹਨਾਂ ਦੇ ਮੂੰਹ ਜਿਹੜੇ ਆ ਨਾ ਸਿਰ ਪੁੱਠੇ ਲੱਗੇ ਹੋਏ, ਜਿਵੇਂ ਆਪਾਂ ਗਾਂ ਨੂੰ ਵੇਖਦੇ ਉਹਦਾ ਸਿਰ ਘੁੰਮੇ ਪਿਛਾਂਹ ਨੂੰ ਲੱਗੇ ਹੋਏ, ਤੇ ਕਈਆਂ ਦੇ ਸਿਰ ਜਿਹੜੇ ਆ ਸੂਰ ਦੇ ਲੱਗੇ ਹੋਏ। ਇਸ ਤਰ੍ਹਾਂ ਦੇ ਲੋਕ ਵੇਖੇ ਤਾਂ ਉਹ ਮਹਾਂਪੁਰਖ ਵੀ ਵੇਖੇ, ਸੁੰਨ ਸਮਾਧੀਆਂ ਵਾਲੇ ਵੀ। ਉਹਨਾਂ ਨੂੰ ਪੁੱਛਿਆ ਜੀ ਤੁਹਾਨੂੰ ਸੁੰਨ ਸਮਾਧੀਆਂ ਵਾਲੇ ਮਹਾਂਪੁਰਖ ਕਿਉਂ ਕਹਿੰਦੇ? ਉਹ ਕਹਿੰਦੇ ਵੀ ਅਸੀਂ ਜਪ ਤਪ ਕੀਤਾ ਬਹੁਤ। ਹੁਣ ਕਿੱਥੋਂ ਆ ਰਹੇ? ਕਹਿੰਦੇ ਸੱਚਖੰਡ ਚੋਂ ਆ ਰਹੇ। ਜੀ ਸੱਚਖੰਡ ਚੋਂ? ਕਹਿੰਦੇ ਹਾਂ, ਸਾਰਾ ਦਿਨ ਅਸੀਂ ਸੱਚਖੰਡ ਵਿੱਚ ਰਹਿੰਦੇ ਆ, ਪਰ ਜਦੋਂ ਹੁੰਦਾ ਸੋਦਾ ਰਹਿਰਾ ਸਾਹਿਬ ਜੀ ਦਾ ਸਮਾਂ ਤੇ ਉਦੋਂ ਸਾਨੂੰ ਸੱਚਖੰਡ ਚੋਂ ਬਾਹਰ ਕੱਢ ਦਿੱਤਾ ਜਾਂਦਾ। ਪੁੱਛਿਆ ਬਾਬਾ ਲਹਿਣਾ ਜੀ ਨੇ ਵੀ ਕਿਉਂ ਕੱਢ ਦਿੱਤਾ ਜਾਂਦਾ ਬਾਹਰ? ਕਹਿੰਦੇ ਜਦੋਂ ਦਾ ਸੋਦਰ ਉਚਾਰਨ ਕੀਤਾ ਨਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਉਦੋਂ ਦਾ ਸੋਦਰ ਦਾ ਪਾਠ ਮਾਤ ਲੋਕ ਤੇ ਧਰਤੀ ਤੇ ਵੀ ਹੁੰਦਾ ਤੇ ਸੱਚਖੰਡ ਵਿੱਚ ਵੀ ਹੁੰਦਾ। ਤੇ ਅਸੀਂ ਜਪ ਤਪ ਬਹੁਤ ਕਰਦੇ ਸੀ, ਸੁੰਨ ਸਮਾਧੀਆਂ ਲਾਉਂਦੇ ਸਾਂ, ਤੇ ਅਸੀਂ ਸੋਦਰ ਦਾ ਪਾਠ ਨਹੀਂ ਕੀਤਾ ਰਹਿਰਾ ਸਾਹਿਬ। ਅਸੀਂ ਆਪਣੇ ਮਾਣ ਵਿੱਚ ਵੀ ਅਸੀਂ ਬਥੇਰੀ ਬੰਦਗੀ ਕੀਤੀ ਹੈ ਤੇ ਕਰਦੇ ਹਾਂ, ਸਾਨੂੰ ਸੋਦਰ ਦਾ ਪਾਠ ਕਰਨ ਦੀ ਕੀ ਲੋੜ ਆ? ਇਸ ਕਰਕੇ ਹੁਣ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ ਵੀ ਬਾਕੀ ਸਮਾਂ ਤੇ ਤੁਸੀਂ ਹੁਣ ਰਹੋਗੇ ਸੱਚਖੰਡ ਵਿੱਚ, ਤੇ ਜਦੋਂ ਸੋਦਰ ਦਾ ਪਾਠ ਹੁੰਦਾ ਉਦੋਂ ਤੁਹਾਨੂੰ ਬਾਹਰ ਜਾਣਾ ਪਵੇਗਾ। ਤੁਸੀਂ ਸੋਦਰ ਦਾ ਪਾਠ ਨਹੀਂ ਕੀਤਾ। ਉਹ ਮਹਾਰਾਜ ਨੇ ਦਰਸਾਇਆ ਸੀ ਕਿ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ ਅਤਿਅੰਤ ਜ਼ਰੂਰੀ ਹੈ ਸੰਧਿਆ ਵੇਲੇ, ਸੂਰਜ ਡੁੱਬੇ ਤੋਂ ਬਾਅਦ। ਜਿਹੜਾ ਕਰ ਨਹੀਂ ਸਕਦਾ ਉਹ ਸੁਣ ਲਵੇ, ਉਹ ਸਰਵਣ ਕਰੇ। ਇਹ ਮਰਿਆਦਾ ਬਣਾਈ ਮਹਾਰਾਜ ਸਾਹਿਬ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਇਸ ਪੁੱਛਿਆ ਸੀ, ਗਰੀਬ ਨਵਾਜ ਨੇ ਆ ਕੇ, ਮਹਾਰਾਜ ਇਹ ਕੌਤਕ ਵੇਖਿਆ, ਉੱਥੇ ਕੁਝ ਲੜਕੀਆਂ ਆਪਣੇ ਮਾਪਿਆਂ ਦਾ ਮਾਸ ਵੱਢ ਵੱਢ ਕੇ ਖਾਂਦੀਆਂ ਵੇਖੀਆਂ। ਤੇ ਮਹਾਰਾਜ ਕਹਿਣ ਲੱਗੇ ਉਹਨਾਂ ਦੀ ਇੱਛਾ ਸੀ ਤੇ ਉਹ ਇੱਛਾ ਉਹਨਾਂ ਦੀ ਪੂਰੀ ਕੀਤੀ ਪਰਮੇਸ਼ਰ ਨੇ। ਮਹਾਰਾਜ ਇੱਛਾ ਕਿਵੇਂ ਸੀ? ਕਹਿਣ ਲੱਗੇ ਉਹਨਾਂ ਮਾਪਿਆਂ ਨੇ ਆਪਣੀਆਂ ਧੀਆਂ ਵੇਚ ਦਿੱਤੀਆਂ ਸੀ ਪੈਸੇ ਲੈ ਕੇ। ਬਹੁਤੇ ਲੋਕ ਵਾ ਜਿਹੜੇ ਧੀਆਂ ਨੂੰ ਭੁੱਖਾਂ ਵਿੱਚ ਹੀ ਮਾਰ ਦਿੰਦੇ, ਜਨਮ ਹੀ ਨਹੀਂ ਲੈਣ ਦਿੰਦੇ। ਜਨਮ ਤੋਂ ਪਹਿਲਾਂ ਹੀ ਕਹਿੰਦੇ ਵੀ ਮਹਿੰਗਾਈ ਬੜੀ ਜ਼ਿਆਦੀ ਆ, ਲੱਖਾਂ ਰੁਪਏ ਲੱਗ ਜਾਂਦੇ ਵਿਆਹ ਤੇ ਕਿਵੇਂ ਵਿਆਹਾਂਗੇ, ਕਿਵੇਂ ਕਰਾਂਗੇ? ਉਹ ਪਹਿਲਾਂ ਹੀ ਅੱਜ ਕੱਲ੍ਹ ਜੋ ਕੁਝ ਮਾਹੌਲ ਚੱਲਦਾ ਵਾ, ਜਨਮ ਹੀ ਨਹੀਂ ਲੈਣ ਦਿੰਦੇ। ਤੇ ਬਹੁਤ ਵੱਡਾ ਪਾਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 4 ਵੱਡੇ ਪਾਪ ਲਿਖੇ ਆ, ਉਹਨਾਂ ਚੌਹਾਂ ਵਿੱਚੋਂ ਇੱਕ ਇਹ ਪਾਪ ਲਿਖਿਆ ਜਿਹੜਾ ਲੜਕੀ ਦਾ ਮਾਰਨਾ। ਬ੍ਰਾਹਮਣ ਕੈਲੀ ਘਾਤ ਕੰਨਿਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆ ਸਦਾ ਸਦਾ ਅਭਿਮਾਨ। ਕੰਨਿਆਂ ਦਾ ਮਾਰਨਾ, ਭਾਵੇਂ ਕੋਈ ਕੁੱਖ ਵਿੱਚ ਮਾਰਦਾ ਜਾਂ ਬਾਅਦ ਵਿੱਚ ਮਾਰਦਾ। ਤੇ ਕੁਝ ਲੋਕ ਸਾਧ ਸੰਗਤ ਜੀ ਪੈਸੇ ਲੈ ਕਰਕੇ ਤੇ ਲੜਕੀਆਂ ਵੇਚ ਦਿੰਦੇ ਆ। ਕਈ ਪੈਸੇ ਲੈ ਕਰਕੇ ਲਾਲਚ ਦੇ ਵਸ ਵਿੱਚ ਹੋ ਕਰਕੇ ਵਿਆਹ ਕਰ ਦਿੰਦੇ, ਪੈਸੇ ਲੈ ਕੇ ਵੀ ਕਈ ਵਿਆਹ ਕਰਦੇ। ਸੰਸਾਰ ਦੇ ਵਿੱਚ ਬਹੁਤ ਕੁਝ ਐਸਾ ਚੱਲਦਾ। ਉਹ ਜਿਨ੍ਹਾਂ ਨੇ ਵੇਚੀਆਂ ਸੀ ਨਾ ਆਪਣੀਆਂ ਲੜਕੀਆਂ, ਉਹਨਾਂ ਲੜਕੀਆਂ ਦੇ ਮਨ ਦੇ ਵਿੱਚ ਇੱਛਾ ਸੀ ਵੀ ਸਾਡੇ ਮਾਪਿਆਂ ਨੇ ਸਾਡੇ ਤੇ ਭੋਰਾ ਤਰਸ ਨਹੀਂ ਕੀਤਾ, ਸਾਨੂੰ ਵੇਚ ਦਿੱਤਾ ਪੈਸੇ ਲੈ ਕਰਕੇ, ਤੇ ਹੇ ਪਰਮੇਸ਼ਰ ਜਿਵੇਂ ਸਾਨੂੰ ਵੇਚਿਆ ਸੀ ਵੀ ਇਹਨਾਂ ਦਾ ਮਾਸ ਖਾਈਏ। ਤੇ ਪਰਮੇਸ਼ਰ ਨੇ ਉਹ ਫਿਰ ਉਹਨਾਂ ਦੀ ਇੱਛਾ ਪੂਰੀ ਕੀਤੀ। ਕਹਿਣ ਲੱਗੇ ਉਹਨਾਂ ਦੀ ਉਹ ਇੱਛਾ ਜਿਹੜੀ ਸੀ ਲੜਕੀਆਂ ਦੀ ਉਹ ਪੂਰੀ ਕੀਤੀ, ਆਪਣੇ ਮਾਪਿਆਂ ਦਾ ਮਾਸ ਵੱਢ ਵੱਢ ਕੇ ਖਾਂਦੀਆਂ ਸੀ। ਕਿਉਂਕਿ ਜੋ ਬੰਦਾ ਕਰਦਾ ਉਹਨੂੰ ਭੁਗਤਣਾ ਪੈਂਦਾ, ਜੋ ਬੀਜੋ ਵੱਢਣਾ ਪੈਂਦਾ। ਇਸੇ ਤਰ੍ਹਾਂ ਮਹਾਰਾਜ ਉਹ ਕਾਲੇ ਮੂੰਹਾਂ ਵਾਲੇ ਲੋਕ ਵੀ ਵੇਖੇ ਸੀ।
ਕਹਿਣ ਲੱਗੇ ਉਹ ਕਾਲੇ ਉਹਨਾਂ ਦੇ ਮੂੰਹ, ਉਹ ਜਿਹੜੇ ਨਿੰਦਿਆ ਕਰਦੇ ਰਹੇ ਉਹਨਾਂ ਦੇ ਕਾਲੇ ਮੂੰਹ ਕੀਤੇ ਪਰਮੇਸ਼ਰ। ਬਾਣੀ ਦੀ ਪੰਕਤੀ ਵੀ ਆਉਂਦੀ ਨਾ, ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ, ਮੋਹ ਕਾਲੇ ਤਿਨ ਨਿੰਦਕਾਂ ਨਰਕੇ ਘੋਰ ਪਵਨ। ਕਾਲੇ ਮੂੰਹ ਉਹਨਾਂ ਦੇ ਕੀਤੇ ਵੀ ਤੁਹਾਨੂੰ ਭੇਜਿਆ ਤਾਂ ਹੈਗਾ ਵੀ ਨਾਮ ਜਪਿਓ ਜਾ ਕੇ ਸੰਸਾਰ ਤੇ, ਤੁਸੀਂ ਨਿੰਦਿਆ ਚੁਗਲੀ ਕਰਦੇ ਰਹੇ, ਪਰਮੇਸ਼ਰ ਨੇ ਮੂੰਹ ਕਾਲੇ ਕਰਕੇ ਪਰਾਂ ਸੁੱਟ ਦਿੱਤਾ। ਮਹਾਰਾਜ ਜਿਨ੍ਹਾਂ ਦੇ ਸੂਰਾਂ ਦੇ ਮੂੰਹ ਲੱਗੇ ਸੀ, ਉਹ ਕਹਿਣ ਲੱਗੇ ਉਹਨਾਂ ਨੇ ਵੀ ਬੰਦਗੀ ਕਰਨੀ ਛੱਡ ਕਰਕੇ ਤੇ ਉਹ ਵਿਕਾਰਾਂ ਦਾ ਗੰਧ ਹੀ ਖਾਂਦੇ ਰਹੇ, ਵਿਕਾਰ ਹੀ ਭੋਗਦੇ ਰਹੇ, ਤੇ ਇਸੇ ਪ੍ਰਕਾਰ ਉਹ ਮਾੜਾ ਹੀ ਬੋਲਦੇ ਰਹੇ। ਤੇ ਉਹਨਾਂ ਦੇ ਸੂਰਾਂ ਦੇ ਮੂੰਹ ਲਾਏ ਸੀ ਜਿਨ੍ਹਾਂ ਨੇ ਨਿੰਦਿਆ ਕੀਤੀ ਹੈ, ਜਿਨ੍ਹਾਂ ਨੇ ਕੁਕਰਮ ਕੀਤੇ ਹੈ। ਤਾਂ ਇਸ ਤਰ੍ਹਾਂ ਦਾ ਜ਼ਿਕਰ ਉੱਥੇ ਵੀ ਆਉਂਦਾ ਹੈ ਮਾਸ ਖਾਣ ਦਾ। ਤੋ ਇਸ ਤਰੀਕੇ ਦੇ ਨਾਲ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਇਹ ਕਿਸੇ ਦਾ ਵੀ ਹੱਕ ਖਾਂਦਾ ਹੈ ਤੇ ਦੂਸਰੇ ਦੀ ਅੰਸ ਖਾਂਦਾ ਹੈ, ਦੂਸਰੇ ਦਾ ਹੱਕ ਮਾਰਦਾ ਹੈ, ਉਹਨੂੰ ਫਿਰ ਉਹਦਾ ਮਾਸ ਵੱਢਿਆ ਜਾਂਦਾ। ਤੇ ਜਿਹੜਾ ਗੁਰੂ ਦਾ ਪੈਸਾ ਚੋਰੀ ਕਰਦਾ ਹੈ ਉਹਨੂੰ ਤੇ ਬਹੁਤੀ ਸਜ਼ਾ ਮਿਲਦੀ, ਕਿਉਂਕਿ ਜੇ ਕੋਈ ਘਰੇ ਜਾਂ ਬਾਹਰ ਕਰੇ ਤੇ ਇੱਥੇ ਆ ਕੇ ਬਖਸ਼ ਛੱਡੂਗਾ ਚੋਰੀ, ਇੱਥੇ ਆ ਕੇ ਬਖਸ਼ਾ ਲਊਗਾ। ਤੇ ਜਿਹੜਾ ਕਿਸੇ ਤੀਰਥ ਤੇ ਗੁਰੂ ਕੇ ਦਰਬਾਰ ਵਿੱਚ, ਪਵਿੱਤਰ ਸਥਾਨ ਤੇ ਗੁਰੂ ਦਰਬਾਰ ਵਿੱਚ ਆ ਕੇ ਪਾਪ ਕਰੇਗਾ ਤੇ ਉਹਨੇ ਬਖਸ਼ਾਉਣਾ ਕਿੱਥੇ ਜਾ ਕੇ? ਫਿਰ ਬਾਹਰ ਕੋਈ ਪਾਪ ਕਰੇ ਤੇ ਇੱਥੇ ਆ ਕੇ ਬਖਸ਼ਾ ਲਵੇ, ਤੇ ਇੱਥੇ ਜਿਹੜਾ ਪਾਪ ਕੀਤਾ ਤੇ ਉਹ ਤਾਂ 100 ਗੁਣਾ ਵੱਧ, ਉਹਦਾ ਪਾਪ 1000 ਗੁਣਾ ਵੱਧ। ਇਸੇ ਕਰਕੇ ਆਖਿਆ ਨਾ, ਨਹਾਵਣ ਚੱਲੇ ਤੀਰਥੇ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ ਦੋਏ ਭਾਤ ਚੜੀਏ ਸਹੋਰ। ਜੇ ਕੋਈ ਧਾਰਮਿਕ ਸਥਾਨ ਤੇ ਆ ਕਰਕੇ ਪਾਪ ਕਰਦਾ ਤੇ ਉਹ ਇੱਕ ਪਾਪ ਲਾਉਂਦਾ ਇਸ਼ਨਾਨ ਕਰਕੇ, ਤੇ ਜੇ ਕੋਈ ਪਾਪ ਕਰਦਾ ਤੇ ਦੁੱਗਣਾ ਚੜਾ ਲੈਂਦਾ, ਦੋਏ ਭਾਤ ਚੜੀਏ ਸਹੋਰ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਆਖਿਆ ਵਾ ਪਰਾਏ ਹੱਕ ਖਾਣ, ਪਰਾਇਆ ਹੱਕ ਖਾ ਲਿਆ, ਚੋਰੀ ਕਰਕੇ ਠੱਗੀ ਮਾਰ ਕੇ ਖੋਹ ਖਿੱਚ ਕੇ, ਉਹ ਕਹਿੰਦੇ ਮੁਰਦਾ ਖਾ ਲਿਆ, ਮੁਰਦਾਰ ਖਾ ਲਿਆ। ਗੁਰੂ ਪੀਰ ਨੇ ਹਾਮੀ ਤਾਂ ਭਰਨੀ ਆ, ਛਡਾਉਣਾ ਕਾਮ ਬਾਂਹ ਤਾਂ ਫੜਨੀ ਆ, ਜੇ ਦੂਜੇ ਦਾ ਹੱਕ ਨਾ ਖਾਵੇ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਇਹ ਆ, ਦੂਜੇ ਦਾ ਖਾ ਨਾ ਦੂਜੇ ਨੂੰ ਖਵਾ, ਕਿਰਤ ਕਰ ਤੇ ਵੰਡ ਕੇ ਛਕ ਤੇ ਨਾਮ ਜਪ। ਧਰਮ ਦੀ ਕਿਰਤ ਕਰ ਤੇ ਫਿਰ ਆਪਣੀ ਜਿਹੜੀ ਕਿਰਤ ਆ, ਜਿਹੜਾ ਆਪਣਾ ਤੇਰਾ ਹੱਕ ਆ, ਉਹਦੇ ਵਿੱਚੋਂ ਦੂਜਿਆਂ ਨੂੰ ਛਕਾ। ਤੇ ਮਹਾਰਾਜ ਕਹਿੰਦੇ ਫਿਰ ਨਾਮ ਜਪ। ਤੋ ਇੱਥੇ ਗਰੀਬ ਨਵਾਜ ਸਾਹਿਬ ਜੀ ਨੇ ਐਸੀ ਪਵਿੱਤਰ ਸਿੱਖਿਆ ਦਿੱਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ। ਇਸ ਤਰ੍ਹਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਜਦੋਂ ਬਚਨ ਵਿਲਾਸ ਕਰ ਰਹੇ ਸੀ ਨਾ, ਜਿੱਥੇ ਉਹ ਹਿਰਨ ਦਾ ਸ਼ਿਕਾਰ ਕੀਤਾ, ਜਿਹੜਾ ਖਜ਼ਾਨਚੀ ਹਿਰਨ ਦੀ ਜੂਨ ਚ ਪਿਆ ਸੀ, ਜਦੋਂ ਕਹਿ ਰਹੇ ਸੀ ਤੇ ਇੱਥੋਂ ਦਮਦਮਾ ਸਾਹਿਬ ਬਹੁਤ ਦੂਰ ਰਹਿ ਗਿਆ ਹੈ। ਮਹਾਰਾਜ ਸਾਹਿਬ ਜੀ ਨੇ ਵਿਚਾਰਿਆ ਕਿ ਹੁਣ ਪਹੁੰਚਣ ਦਾ ਸਮਾਂ ਨਹੀਂ ਹੈ, ਹੁਣ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਨਹੀਂ ਪਹੁੰਚਿਆ ਜਾਵੇਗਾ। ਸਾਹਮਣੇ ਵੇਖਿਆ ਤੇ ਕਿੱਕਰਾਂ ਦੇ ਦਰਖਤ ਆ, ਜਦੋਂ ਕਿੱਕਰਾਂ ਦੇ ਦਰਖਤ ਵੇਖੇ ਮਹਾਰਾਜ ਕਹਿਣ ਲੱਗੇ ਨਾਲ ਦੇ ਸਿੰਘਾਂ ਨੂੰ ਵੀ ਹੁਣ ਆਪਾਂ ਵਾਪਸ ਨਹੀਂ ਜਾਣਾ, ਸ਼ਾਮਾਂ ਪੈ ਚੱਲੀਆਂ, ਇਸ ਕਰਕੇ ਇੱਥੇ ਹੀ ਪੜਾਅ ਕਰ ਲਈਏ, ਆ ਕਿੱਕਰਾਂ ਦੇ ਥੱਲੇ ਹੀ ਪੜਾਅ ਕਰੀਏ। ਤੇ ਗਰੀਬ ਨਵਾਜ ਸਾਹਿਬ ਜੀ ਨੇ ਉਸ ਫਿਰ ਕਿੱਕਰਾਂ ਦੇ ਥੱਲੇ ਪੜਾਅ ਕੀਤਾ, ਡੇਰਾ ਲਾਇਆ। ਉਸ ਵੇਲੇ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸਵੇਰ ਤੋਂ ਆਪ ਜੀ ਵੇਲੇ ਨਾਲ ਚੱਲ ਪਏ, ਦੀਵਾਨ ਦੀ ਸਮਾਪਤੀ ਦੇ ਨਾਲ ਹੀ, ਤੇ ਕੁਝ ਛਕਿਆ ਨਹੀਂ ਸਵੇਰ ਦਾ ਹੀ। ਮਹਾਰਾਜ ਪ੍ਰਭੂ ਜੀ ਅਸੀਂ ਕੁਝ ਖਾਣਾ ਨਹੀਂ ਕੀਤਾ ਹੈ। ਮਹਾਰਾਜ ਦੋਵੇਂ ਸਮੇਂ ਇੱਥੇ ਖਾਲੀ ਰਹਿ ਗਏ, ਜਿਉਂ ਸਵੇਰ ਦੇ ਆਪ ਜੀ ਚੱਲੇ ਹੋ ਤੇ ਚਲਦੇ ਚਲਦੇ ਇੱਥੇ ਕਿੰਨੀ ਦੂਰ ਆ ਗਏ ਹੋ। ਇਸ ਕਰਕੇ ਮਹਾਰਾਜ ਪ੍ਰਸ਼ਾਦਾ ਸਵੇਰੇ ਵੀ ਨਹੀਂ ਛਕਿਆ, ਦੁਪਹਿਰੇ ਵੀ ਛਕ ਲੈਂਦੇ, ਦੁਪਹਿਰੇ ਵੀ ਖਾਲੀ ਰਹਿ ਗਿਆ ਸਮਾਂ, ਤੇ ਹੁਣ ਤੇ ਸ਼ਾਮਾਂ ਪੈ ਗਈਆਂ। ਇਹ ਦੋਵੇਂ ਸਮੇਂ ਸਵੇਰ ਦੇ ਵੀ ਖਾਲੀ ਰਹਿ ਗਏ, ਭੁੱਖ ਬਹੁਤ ਲੱਗੀ ਹੋਈ ਹੈ। ਮਹਾਰਾਜ ਸਾਨੂੰ ਸਾਰਿਆਂ ਹੀ ਸਿੰਘਾਂ ਨੂੰ ਬਹੁਤੀ ਜ਼ਿਆਦਾ ਭੁੱਖ ਵਿਆਪੀ ਹੋਈ ਹੈ। ਤੇ ਹੁਣ ਆਪ ਜੀ ਨੇ ਹੁਕਮ ਕਰ ਦਿੱਤਾ ਵੀ ਵਾਪਸ ਨਹੀਂ ਜਾਣਾ, ਇੱਥੇ ਹੀ ਪੜਾ ਕਰਨਾ।
मौज दे मालक सतगुरु जी आप जी ने बचन कर दिता कि आ किकरा थले ही डेरा करना, हुण वापस नहीं जाया जाना। ते सतगुरु भुखे रात किवें कढांगे? सानू तो भुख लगी हुई है बहुत, ते रात किवें बतीत होवेगी? महाराज सवेरा होवेगा ते फिर इत्थों वापस जावांगे। ਸਿੰਘਾਂ ਦੀ ਬੇਨਤੀ ਸੁਣ ਕਰਕੇ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਸੁਭਾਏਮਾਨ ਮੁਖ ਤੋਂ ਬਚਨ ਕੀਤਾ। ਮਹਾਰਾਜ ਕਹਿੰਦੇ ਆ ਕਿੱਡੀਆਂ ਵੱਡੀਆਂ ਕਿਕਰਾਂ ਖਲੋਤੀਆਂ, ਇਹਨਾਂ ਕਿਕਰਾਂ ਦੇ ਉੱਤੇ ਚੜ ਜਾਓ ਤੇ ਜ਼ੋਰ ਦੇ ਨਾਲ ਬਲ ਦੇ ਨਾਲ ਇਹਨਾਂ ਨੂੰ ਹਿਲਾਉਣਾ ਕਰੋ ਤੇ ਚੜ ਕੇ ਟਾਹਣੇ ਫੜ ਕੇ ਤੇ ਜੋ ਮਨ ਵਿੱਚ ਤੁਹਾਡੇ ਭਾਉਂਦਾ ਨਾ, ਜੋ ਛਕਣਾ ਚਾਹੁੰਦੇ ਹੋ ਉਹ ਕੁਝ ਕਿਕਰਾਂ ਤੋਂ ਡਿੱਗੇਗਾ ਤੇ ਮਨ ਭਾਉਂਦਾ ਛਕ ਲਓ। ਕਿਕਰਾਂ ਦੇ ਉੱਤੇ ਚੜ ਕੇ ਕਿਕਰਾਂ ਨੂੰ ਹਿਲਾਓ ਤੇ ਜੋ ਮਨ ਵਿੱਚ ਜਿਹੜਾ ਵੀ ਖਿਆਲ ਬਣਦਾ ਉਹੀ ਪਦਾਰਥ ਆ ਜਾਵੇਗਾ ਤੇ ਛਕ ਲਓ ਮਨ ਭਾਉਂਦਾ। ਜੇ ਮਹਾਰਾਜ ਦਾ ਬਚਨ ਮੰਨਿਆ ਤੇ ਸਿੰਘ ਚੜ ਗਏ ਕਿਕਰਾਂ ਦੇ ਉੱਤੇ ਟਾਹਣਿਆਂ ਤੇ। ਤੇ ਟਾਹਣਿਆਂ ਨੂੰ ਫੜ ਕੇ ਤੇ ਜ਼ੋਰ ਨਾਲ ਉਹਨਾਂ ਨੂੰ ਝੂਣਿਆ, ਝੰਜੋਟਿਆ ਵਾ, ਉਹਨਾਂ ਨੂੰ ਚੰਗੀ ਤਰ੍ਹਾਂ ਹਿਲਾਇਆ ਹੈ ਤੇ ਨੇਤਰਾਂ ਨਾਲ ਤੱਕਿਆ ਹੈ। ਕੀ ਵੇਖਿਆ? ਜਿਵੇਂ ਜਿਵੇਂ ਹਿਲਾਉਂਦੇ ਆ ਨਾ, ਅਨੇਕ ਪ੍ਰਕਾਰ ਦੇ ਉੱਤੋਂ ਭੋਜਨ ਡਿੱਗਦੇ ਆ, ਬਣੇ ਬਣਾਏ ਸਭ ਕੁਝ ਤਿਆਰ ਬਰ ਤਿਆਰ ਉੱਤੋਂ ਡਿੱਗਦੇ ਹਨ, ਕਈ ਤਰ੍ਹਾਂ ਦੇ ਪਕਵਾਨ। ਤਾਂ ਬਹੁਤ ਬਰਫੀ ਡਿੱਗੀ ਹੈ, ਬਹੁਤੇ ਜਲੇਬ ਡਿੱਗੇ ਹਨ ਵੱਡੇ ਵੱਡੇ, ਲੱਡੂ ਵੀ ਉੱਤੋਂ ਡਿੱਗੇ ਆ ਕਿਕਰਾਂ ਦੇ ਉੱਤੇ, ਤਾਂ ਜਲੇਬ ਵੀ ਡਿੱਗੇ ਹਨ। ਮਹਾਰਾਜ ਦੇ ਭੋਜਨਾਂ ਦੀ ਤੇ ਬਹੁਤੀ ਵਰਖਾ ਹੀ ਵਰਖਾ ਦਿੱਤੀ ਨਾ ਕਿਕਰਾਂ ਦੇ ਉੱਤੋਂ। ਬਰਫੀਆਂ, ਗੁਲਾਬ ਜਾਮੁਨ, ਜਲੇਬ, ਲੱਡੂ, ਮੀਂਹ ਦੀ ਵਰਖਾ ਤੇ ਪੈਂਦੀ ਪੈਂਦੀ ਆ। ਗੁਰੂ ਸਾਹਿਬ ਨੇ ਪਕਵਾਨ ਵਰਖਾ ਕਰ ਦਿੱਤੀ, ਬਰਫੀਆਂ, ਗੁਲਾਬ ਜਾਮੁਨ, ਕਈ ਕੁਝ ਡਿੱਗਾ ਕਿਕਰਾਂ ਦੇ ਉੱਤੋਂ। ਤੇ ਛਕ ਛਕ ਕੇ ਫਿਰ ਸਿੰਘ ਐ ਤ੍ਰਿਪਤ ਹੋ ਗਏ, ਰੱਜ ਗਏ ਚੰਗੀ ਤਰ੍ਹਾਂ। ਪਰ ਕਈਆਂ ਸਿੰਘਾਂ ਨੇ ਨਹੀਂ ਛਕੇ, ਕਈ ਬੈਠੇ ਰਹੇ ਮਹਾਰਾਜ ਸਾਹਿਬ ਦੇ ਪਾਸ ਤੇ ਕਈਆਂ ਨੇ ਉੱਤੇ ਚੜ ਕੇ ਹਿਲਾਇਆ, ਕਈਆਂ ਨੇ ਥੱਲੇ ਫਿਰ ਚਾਦਰਾਂ ਫੜੀਆਂ ਤੇ ਉੱਤੇ ਡਿੱਗੇ ਆ ਪਕਵਾਨ ਤੇ ਉਹਨਾਂ ਨੇ ਫੜ ਫੜ ਕੇ ਫਿਰ ਛਕੇ ਆ। ਭੁੱਖ ਆਪਣੀ ਮਿੱਟੀ ਹੈ ਦੂਰ ਕੀਤੀ। ਜਿਵੇਂ ਇੱਥੇ ਮਹਾਰਾਜ ਨੇ ਕਿਕਰਾਂ ਤੋਂ ਮਠਿਆਈਆਂ ਚੜਾਈਆਂ, ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਚੜਵਾਈਆਂ ਸੀ। ਮੌਜ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡਾ ਇਕੱਠ ਹੋਇਆ ਸੀ ਤੇ ਮੀਂਹ ਪੈਂਦਾ ਰਿਹਾ ਕਿੰਨੇ ਹੀ ਦਿਨ, ਬਾਲਣ ਸਾਰਾ ਗਿੱਲਾ ਹੋ ਗਿਆ। ਤੇ ਉਹਨਾਂ ਦਿਨਾਂ ਵਿੱਚ ਕਿਹੜਾ ਗੈਂਸੀ ਚੁੱਲ੍ਹੇ ਹੁੰਦੇ ਸੀ, ਬਾਲਣ ਤੇ ਸਾਰਾ ਲੰਗਰ ਤਿਆਰ ਹੁੰਦਾ ਸੀ। ਉਹ ਬਾਲਣ ਗਿੱਲਾ ਹੋ ਗਿਆ, ਅੱਗ ਬਲੇ ਕੋਈ ਨਾ। ਲਗਾਤਾਰ ਝੜੀ ਲੱਗੀ ਰਹੀ ਤੇ ਸੰਗਤਾਂ ਦਾ ਹਜ਼ਾਰਾਂ ਦਾ ਇਕੱਠ ਕਰਤਾਰਪੁਰ ਸਾਹਿਬ। ਤੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਸੀ, ਬਾਬਾ ਲਹਿਣਾ ਜੀ ਕਹਿਣ ਲੱਗੇ ਪੁਰਖਾ ਕਮਰ ਕੱਸਾ ਕਰਕੇ ਤੇ ਕਿੱਕਰ ਤੇ ਚੜ ਜਾਓ। ਧਰਮਸ਼ਾਲਾ ਵਿੱਚ ਕਿੱਕਰ ਸੀ ਕਰਤਾਰਪੁਰ ਸਾਹਿਬ। ਕਿੱਕਰ ਤੇ ਚੜ ਜਾਓ ਤੇ ਸਾਰੀਆਂ ਸੰਗਤਾਂ ਨੂੰ ਥੱਲੇ ਲੈ ਜਾਓ, ਉੱਤੋਂ ਹਿਲਾਈ ਜਾਓ ਤੇ ਜਿੰਨਾ ਚਿਰ ਸਾਰੇ ਰੱਜ ਨਾ ਜਾਣ ਉਹਨਾਂ ਚਿਰ ਉੱਤੋਂ ਹਿਲਾਈ ਜਾਣਾ ਤੇ ਉੱਤੋਂ ਡਿੱਗੀ ਜਾਣਗੇ ਪਦਾਰਥ। ਤੇ ਬਾਬਾ ਲਹਿਣਾ ਜੀ ਨੇ ਫਿਰ ਉਹ ਕਿੱਕਰ ਹਿਲਾਈ ਸੀ ਉੱਤੇ ਚੜ ਕੇ। ਕਈਆਂ ਨੇ ਆਖਿਆ ਸੀ ਵੀ ਕਿ ਬਾਬੇ ਲਹਿਣਿਆ ਕਿੱਕਰਾਂ ਨੂੰ ਵੀ ਮਠਿਆਈਆਂ ਲੱਗਦੀਆਂ ਹੁੰਦੀਆਂ। ਉਹਨੇ ਕਿਹਾ ਮੈਨੂੰ ਨਹੀਂ ਪਤਾ ਲੱਗਦੀਆਂ ਕਿ ਨਹੀਂ ਲੱਗਦੀਆਂ। ਕਹਿੰਦੇ ਫਿਰ ਉੱਤੇ ਕਿਉਂ ਚੜੀ ਜਾਣਾ? ਕਹਿੰਦਾ ਮੇਰਾ ਤੇ ਇਹ ਕੰਮ ਆ ਵੀ ਗੁਰੂ ਸਾਹਿਬ ਦਾ ਬਚਨ ਮੰਨਣਾ, ਮੈਂ ਤੇ ਸਿਰਫ ਕਿੱਕਰ ਹਿਲਾਉਣੀ ਆ। ਕਿੱਕਰਾਂ ਤੋਂ ਕੀ ਡਿੱਗਦਾ ਮੈਨੂੰ ਨਹੀਂ ਪਤਾ। ਗੁਰੂ ਸਾਹਿਬ ਨੇ ਆਖਿਆ ਵਾ ਵੀ ਕਿੱਕਰ ਹਿਲਾ ਤੇ ਮਠਿਆਈਆਂ ਡਿੱਗਣਗੀਆਂ, ਮੈਂ ਤੇ ਹਿਲਾਉਣ ਚੜਿਆ ਵਾ। ਉੱਤੋਂ ਕੀ ਡਿੱਗਣਾ ਥੱਲੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦਾ ਕੰਮ ਆ। ਤੇ ਬਾਬੇ ਲਹਿਣੇ ਨੇ ਜਦੋਂ ਕਿੱਕਰ ਨੂੰ ਹਿਲਾਇਆ, ਝੂਣੇ ਦਿੱਤੇ, ਚੰਗੀ ਤਰ੍ਹਾਂ ਝੂਮੇ ਤੇ ਸੰਗਤਾਂ ਥੱਲੇ ਗਈਆਂ ਤੇ ਉਸ ਵੇਲੇ ਅਨੇਕ ਤਰ੍ਹਾਂ ਦੀਆਂ ਮਠਿਆਈਆਂ ਡਿੱਗੀਆਂ, ਸੰਗਤ ਨੇ ਛਕੀਆਂ ਰੱਜ ਰੱਜ ਕੇ। ਕਦੇ ਕਦੇ ਮਹਾਰਾਜ ਸਾਹਿਬ ਨੇ ਐਸੇ ਕੌਤਕ ਵਰਤਾਏ ਸਾਧ ਸੰਗਤ ਜੀ ਆਪਣੇ ਜੀਵਨ ਦੇ ਵਿੱਚ, ਰੋਜ਼ ਨਹੀਂ ਐਸਾ ਕਰਦੇ, ਕਦੇ ਕਦੇ ਸਾਲਾਂ ਬੱਧੀ।
ਕਿਤੇ ਕਿਤੇ ਮਹਾਰਾਜ ਸਾਹਿਬ ਜੀ ਕੌੜੇ ਰੀਠੇ ਨੂੰ ਮਿੱਠਾ ਵੀ ਕਰ ਦਿੰਦੇ, ਉਹ ਤਾਂ ਅੱਜ ਤੱਕ ਵੀ ਮਿੱਠੇ ਫਲ ਦਿੰਦਾ। ਕਿਤੇ ਕਿਤੇ ਕੌਤਕ ਕੀਤੇ, ਕਿਤੇ ਦਾਤਨ ਕਰਕੇ ਗੱਡੀ ਹੈ ਤੇ ਬੇਰ ਸਾਹਿਬ ਬੇਰੀ ਦੀ ਦਾਤਨ ਕਰਕੇ ਮਹਾਰਾਜ ਨੇ ਗੱਡੀ ਹੈ ਤੇ ਬੇਰ ਸਾਹਿਬ ਸੋਭਾ ਪਾ ਰਹੇ। ਇਹ ਬੇਰੀ ਗੁਰੂ ਕੀ ਦਾਤਨ ਲਾਈ ਹੋਈ ਆ। ਇਤਿਹਾਸ ਦੇ ਵਿੱਚ ਇਹ ਬਚਨ ਆਏ ਆ, ਆਪਣ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਵਣ ਆਣ ਕਰੀ, ਗਾਟ ਦਈ ਧਾਰ ਹੋਤ ਭਇਓ ਤਾਰ, ਹੈ ਅਬਲੋ ਬਾਰ ਸੋ ਬਦਰੀ। ਤੇ ਇੱਕ ਬਚਨ ਅੱਗੇ ਵੀ ਕਈ ਵਾਰੀ ਗੁਰੂ ਦੀਆਂ ਸੰਗਤਾਂ ਨਾਲ ਸਾਂਝਾ ਕੀਤਾ ਹੈ। ਗੁਰਮੁਖ ਨੇ ਲਿਖਿਆ ਇਸ ਬੇਰੀ ਸਾਹਿਬ ਦੇ ਸੰਬੰਧ ਵਿੱਚ ਵੀ ਇਹ ਕਹਿੰਦੀ ਹੈ, ਮੇਰੇ ਜਈਆਂ ਬੇਰੀਆਂ ਬਥੇਰੀਆਂ ਸੀ ਜਾਗੀ ਉੱਤੇ, ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜ਼ੀਕ ਹੈ, ਕੋਲੇ ਹੋ ਕੇ ਸੜ ਗਈਆਂ, ਬੁੱਢੀਆਂ ਹੋ ਮਰ ਗਈਆਂ, ਬੱਕਰੀਆਂ ਚਰ ਗਈਆਂ, ਬਚਨ ਇਹ ਠੀਕ ਹੈ। ਮੈਂ ਹਰੀ ਭਰੀ ਸਤਿਕਾਰਯੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ, ਮੈਨੂੰ 500 ਤੋਂ ਵਧੇਕ ਹੈ। ਗੁਰੂ ਨਾਨਕ ਦੀ ਸੰਗਤ ਦਾ ਫਲ ਇਹ ਖਾਲਸਾ ਜੀ, ਦੇਵ ਦਾ ਉਗਾਹੀ ਪੱਤ ਪੱਤ ਮੇਰਾ ਠੀਕ ਹੈ। ਪੱਤਾ ਪੱਤਾ ਹਰਿਆ ਭਰਿਆ ਉਗਾਹੀ ਦੇ ਰਿਹਾ ਕਿ ਸੰਗਤ ਜੀ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀ ਸ਼ੋਭ ਪ੍ਰਾਪਤ ਹੋਈ। ਇੱਕ ਦਰਖਤ ਤੇ ਗੁਰੂ ਸਾਹਿਬ ਨੇ ਦਾਤਨ ਕਰਕੇ ਲਾਈ ਹੈ ਤੇ ਬੇਰੀ ਸੋਭਨੀਕ ਹੋਈ ਹੈ ਤੇ ਗੁਰੂ ਕੇ ਪੰਥ ਨੇ, ਗੁਰੂ ਦੀਆਂ ਸੰਗਤਾਂ ਨੇ ਉਸ ਬੇਰੀ ਸਾਹਿਬ ਦੇ ਨਾਂ ਤੇ ਗੁਰੂ ਕੇ ਦਰਬਾਰ ਦਾ ਨਾਮ ਗੁਰਦੁਆਰਾ ਬੇਰ ਸਾਹਿਬ ਰੱਖਿਆ, ਸ੍ਰੀ ਬੇਰ ਸਾਹਿਬ। तो सतगुरु गरीब नवाज साहब जी ने कई बारी ऐसे कौतक किए। भाई मरदाना जी ने तो कई बारी चुकाए पदार्थ, महाराज भुख लगी हुई है, कहते मरदानिया आक दियां खखड़ियां तोड़ के छक ला। महाराज ये निरा जहर हुंदा वा, आक दियां खखड़ियां, कहते तेनू आख्या मरदानिया तोड़ के छक ला, पल्ले ना बन्नी। जो तोड़ के खाधियां तो जिवें अनार मिठा, जिवें अंब मिठे, हैं रज के छकियां। तो फिर ख्याल आया कि जंगल च पता नहीं कितों की महाराज ने ले जाना वा, बन लिए नाल परने नाल भी थोड़ियां लिया, परने नाल बन लिया। तो जो अगली थां से जाके महाराज तो चोरी जे शकल लगा भाई मरदाना साहब, वो निरियां कौड़ियां जहर। ऐसे महाराज साहब जी ने कौतक बेअंत वारी कीते। गुरु साहब जी का इतिहास भरिया पिया। बेरी हेठ बैठे गुरु बेरी पी निहाल होई, रीठे वल डिठा रीठा मिठा होए जावदा, अक्कां दियां खखड़ियां वेख के निहाल होईयां, अंब ते अनार नूं मरदाना तोड़ खावदा, किकरां तो मिठियाइयां चढ़वाइयां मेरे सतगुरां, खारा जल चरण शोहे मिठा होए जावदा। श्री नानक झीड़ा साहब होर भी अनेकां थावां ते खारा जल चरण शोए मिठा होए जावदा, पशु पंछी राक्ष भी तारे मेरे सतगुरां, बंदा क्यों ना तरे जेड़ा गुरु शरण आउंदा। गल ते शरधा दी है, भावना दी है। महाराज ने पशु तारते, पंछी तारते, भूत प्रेत तार दिते, ते बंदा क्यों ना तरे, पर शरधा ना लावे, भावना ना लावे। सतगुर सदा दयाल है भाई, बिन भागा क्या पाइए, एक नजर कर वेखे सब ऊपर, जेहा भाओ तेहा फल पाइए। तो उस वेले सिंह छक करके तृप्त हो गए। ते कुछ सिंघां ने फिर ये मठियाइयां ये पदार्थ जेड़े किकर तो महाराज ने चढ़वाए नहीं सके। सतगुरु जी ने पूछा कि सिंघो तुसीं बैठे रहे हो, बाकी सारे ने छक लिया, ते तुसीं क्यों नहीं ये मठियाइयां छकियां? सारा दिन तुसीं भी कुछ नहीं छकिया, तुहाडे भी हथ कुछ नहीं आया। वो सियाणे सिख सबर संतोख वाले सिंह हाथ जोड़ के कहन लगे, कहते महाराज असीं किवें खांदे? सतगुरु कहते क्यों नहीं छकिया? कहते महाराज तुसीं भी तां नहीं ने कोई छकिया। सवेर दे साडे असीं आप जी दे नाल आए आ, जे असीं भुखे आ ते तुसीं भी नहीं कुछ छकिया सवेर दा, ते आप जी दे छके तो बिना असीं महाराज किवें छक लैंदे?
ਮਹਾਰਾਜ ਆਪ ਜੀ ਨੇ ਕੁਝ ਨਹੀਂ ਛਕਿਆ ਤੇ ਆਪ ਤੋਂ ਬਿਨਾਂ ਅਸੀਂ ਕਿਵੇਂ ਛਕ ਸਕਦੇ ਹਾਂ। ਸਿੰਘਾਂ ਦੀ ਇਹ ਬੇਨਤੀ ਸੁਣ ਕਰਕੇ ਦਸ਼ਮੇਸ਼ ਪਾਤਸ਼ਾਹ ਪ੍ਰਸੰਨ ਹੋ ਗਏ ਤੇ ਪ੍ਰਸੰਨ ਹੋ ਕੇ ਮੁਖ ਤੋਂ ਬਚਨ ਕੀਤਾ। ਮਹਾਰਾਜ ਕਹਿੰਦੇ ਆ ਸਿੰਘ ਗੁਰਮੁਖ ਵਾ, ਆ ਗੁਰਮੁਖ ਸਿੰਘ ਵਾ, ਕਿ ਜਿਹੜੇ ਸਬਰ ਵਾਲੇ ਸੰਤੋਖ ਵਾਲੇ ਜਿਹੜੇ ਸਾਡੇ ਪਿਆਰ ਵਾਲੇ ਵੀ ਸਾਡੇ ਸਤਿਗੁਰਾਂ ਨੇ ਵੀ ਛਕਿਆ ਤੇ ਅਸੀਂ ਕਿਵੇਂ ਛਕੀਏ। ਮਹਾਰਾਜ ਕਹਿੰਦੇ ਗੁਰਮੁਖ ਸਿੰਘ ਹਨ ਤੇ ਜਿਨ੍ਹਾਂ ਨੇ ਭੱਜ ਭੱਜ ਕੇ ਮਠਿਆਈਆਂ ਖਾਧੀਆਂ। ਮਹਾਰਾਜ ਕਹਿਣ ਲੱਗਿਆ ਤੇ ਪੇਟ ਪਾਲਣ ਵਾਲੇ ਹੀ ਆ। ਮੌਜ ਦੇ ਮਾਲਕ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿਣ ਲੱਗੇ ਆ ਜਿਹੜੇ ਬੈਠੇ ਰਹੇ ਆ ਇਹ ਗੁਰਮੁਖ ਸਿੰਘ ਵਾ ਤੇ ਜਿਹੜੇ ਆ ਛਕਣ ਵਾਲੇ ਆ ਇਹ ਤਾਂ ਪੇਟ ਪਾਲਣ ਵਾਲੇ ਹੀ ਹਨ। ਤੇ ਕੁਝ ਮਹਾਰਾਜ ਕਹਿੰਦੇ ਸਾਡੇ ਪੰਥ ਵਿੱਚ ਸਿੱਖ ਵੀ ਕਹੇ ਜਾਂਦੇ ਆ ਪਰ ਉਹ ਮਨਮੁਖ ਸਿੱਖ ਵਾ। ਕਿਆ ਉਹਨਾਂ ਨੂੰ ਵੀ ਸਿੱਖ ਹੀ ਜਾਂਦਾ ਵਾ ਪਰ ਉਹ ਮਨਮਰਜ਼ੀ ਕਰਨ ਵਾਲੇ ਆ, ਗੁਰੂ ਦੀ ਮਰਜ਼ੀ ਤੇ ਨਹੀਂ ਚੱਲਦੇ। ਐਸੇ ਵੀ ਘਨੇਰੇ ਹੀ ਆ ਸਾਡੇ ਪੰਥ ਵਿੱਚ ਵੀ ਉਹਨਾਂ ਨੂੰ ਵੀ ਆਖਿਆ ਸਿੱਖ ਹੀ ਜਾਂਦਾ ਵਾ ਪਰ ਹੈਗੇ ਮਨਮੁਖ ਵਾ। ਮਨਮੁਖ ਹੁੰਦਾ ਜਿਹੜਾ ਮਨ ਦੀ ਮਰਜ਼ੀ ਤੇ ਚੱਲੇ ਤੇ ਗੁਰਮੁਖ ਹੁੰਦਾ ਜਿਹੜਾ ਗੁਰੂ ਦੀ ਮਰਜ਼ੀ ਤੇ ਚੱਲੇ, ਗੁਰੂ ਕੇ ਹੁਕਮ ਤੇ ਤੁਰੇ, ਗੁਰੂ ਕੀ ਆਗਿਆ। ਕਹਾਉਣਾ ਵੀ ਸਿੱਖ ਵਾ ਤੇ ਮੰਨਣੀ ਵੀ ਗੁਰੂ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਵੀ ਸਾਡੇ ਪੰਥ ਚੋਂ ਵੀ ਘਲੇਰੇ ਹੀ ਆ, ਹੈਗੇ ਸਿੱਖ, ਉਹਨਾਂ ਨੂੰ ਕਿਹਾ ਸਿੱਖ ਹੀ ਜਾਂਦਾ ਵਾ ਪਰ ਹੈ ਮਨਮੁਖ ਵਾ, ਮਨ ਮਰਜ਼ੀ ਕਰਦੇ ਹਨ। ਸਤਿਗੁਰੂ ਕਹਿੰਦੇ ਸਿੰਘੋ ਸਿੱਖੀ ਨੂੰ ਪ੍ਰਾਪਤ ਕਰਨਾ ਬਹੁਤ ਦੂਰ ਆ, ਸਿੱਖੀ ਦੀ ਮੰਜ਼ਿਲ ਬੜੀ ਦੂਰ ਵਾ। ਉਂਝ ਤਾਂ ਸਾਰੇ ਹੀ ਸਿੱਖ ਕਹਾਉਂਦੇ ਆ ਪਰ ਸਿੱਖ ਬਣਨਾ ਬੜਾ ਔਖਾ, ਸਿੱਖ ਬਣਨਾ ਬਹੁਤ ਕਠਿਨ ਆ, ਸਿੱਖ ਦੀ ਮੰਜ਼ਿਲ ਬੜੀ ਦੂਰ ਵਾ। ਇਹ ਸਤਿਗੁਰੂ ਕਿਰਪਾ ਕਰਨ ਤੇ ਆਪ ਮਿਹਰ ਦੀ ਦ੍ਰਿਸ਼ਟੀ ਪਾ ਕਰਕੇ ਆਪਣਾ ਸਿੱਖ ਬਣਾ ਸਕਦੇ ਆ, ਨਹੀਂ ਤੇ ਆਪਣੇ ਆਪ ਸਿੱਖ ਬਣਨਾ ਬੜਾ ਔਖਾ। ਗੁਰ ਸਤਿਗੁਰ ਕਾ ਜੋ ਸਿੱਖਿਆ ਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਸਿੱਖ ਵਾਸਤੇ ਆ ਗੁਰ ਸਿੱਖ ਮੀਤ ਚੱਲੋ ਗੁਰ ਚਾਲੇ, ਜੋ ਗੁਰ ਕਹੈ ਸੋਈ ਭਲ ਮਾਨਹੁ ਹਰ ਹਰ ਕਥਾ ਨਿਰਾਲੀ। ਸਿੱਖ ਦੀ ਸਿੱਖੀ ਵੇਖਣੀ ਹੋਵੇ ਤੇ ਵਿਆਹ ਦੇ ਮੌਕੇ ਤੇ ਵੇਖੀ ਜਾਂਦੀ ਹੈ। ਕੋਈ ਗੁਰੂ ਕੀ ਮਰਿਆਦਾ ਨਹੀਂ ਉੱਥੇ ਰਹੀ। ਹਾਂ ਸਵੇਰ ਵੇਲੇ ਭਾਵੇਂ ਅਨੰਦਪੁਰ ਸਾਹਿਬ ਦਾ ਭੋਗ ਖਵਾ ਹੀ ਲਵੇ, ਦੁਪਹਿਰੋਂ ਬਾਅਦ ਹੋਰ ਹੀ ਕੁਝ ਕਰਦਾ ਫਿਰ ਭੁੱਲ ਜਾਂਦਾ ਗੁਰੂ ਕੀ ਸਿੱਖੀ ਨੂੰ। ਪਰ ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਵੋ ਸੱਜਣ ਆਸੀਸ ਸੜੀਆਂ ਜਿਉ ਹੋਵੇ ਸਾਹਿਬ ਸਿਉਂ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਕਾਨ ਨਾਥ ਅਨਾਥ ਸਕੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰੇ ਉਦਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ